ਤੁਸੀਂ ਸੁਣ ਰਹੇ ਹੋ ਕਿਤਾਬ ਆਦਬੀੜ ਬਾਰੇ, ਜਿਸ ਦੇ ਲੇਖਕ ਹਨ ਪ੍ਰੋਫੈਸਰ ਸਾਹਿਬ ਸਿੰਘ ਜੀ। 7ਵੇਂ ਭਾਗ ਵਿੱਚ ਸੁਣੋ ਆਦਬੀੜ ਤੇ ਭਾਈ ਬੰਨੋ ਵਾਲੀ ਬੀੜ ਵਿੱਚ ਫਰਕ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਮਾਂਗਟ ਤੱਕ ਜਾਣ ਆਉਣ ਵਿੱਚ ਰੋਜ਼ ਇੱਕ ਕੋਹ ਦੀ ਮੰਜ਼ਲ ਕਰਕੇ ਭਾਈ ਬੰਨੋ ਨੇ ਲਖਾਰੀਆਂ ਪਾਸੋਂ ਸਾਰੀ ਆਦਬੀੜ ਦਾ ਉਤਾਰਾ ਕਰਾ ਲਿਆ, ਪਰ ਉਸ ਉਤਾਰੇ ਵਿੱਚ ਕੁਝ ਵਾਧੂ ਸ਼ਬਦ ਵੀ ਲਿਖਾ ਲਏ। ਜਦੋਂ ਅੰਮ੍ਰਿਤਸਰ ਵਾਪਸ ਆਏ ਤਾਂ ਦੋਵੇਂ ਬੀੜਾਂ ਭਾਈ ਬੰਨੋ ਨੇ ਗੁਰੂ ਅਰਜਨ ਸਾਹਿਬ ਅੱਗੇ ਪੇਸ਼ ਕੀਤੀਆਂ ਤੇ ਆਪਣੀ ਬੀੜ ਵਿੱਚ ਵਾਧੂ ਲਿਖੀਆਂ ਬਾਣੀਆਂ ਸੁਣਾ ਦਿੱਤੀਆਂ। ਸਤਿਗੁਰੂ ਜੀ ਨੇ ਵਾਧੂ ਲਿਖਤਾਂ ਵੇਖ ਕੇ ਬਚਨ ਕੀਤਾ ਕਿ ਇਹ ਵਾਧੇ ਆਪਣੀ ਬੀੜ ਵਿੱਚ ਹੀ ਰੱਖਣੇ, ਸਾਡੇ ਗ੍ਰੰਥ ਵਿੱਚ ਨਹੀਂ ਪਾਣੇ। ਕਵੀ ਜੀ ਇਉਂ ਲਿਖਦੇ ਹਨ: ਤਬੇ ਲਖਾਰੀ ਦੀਏ ਲਗਾਏ, ਲਿਖੋ ਸ਼ਤਾਬੀ ਅਰ ਸਮੁਦਾਏ। ਆਪਨ ਪੁਰੀ ਲਗ ਇੱਕ ਇੱਕ ਕੋਸ, ਡੇਰਾ ਕਰਤ ਲਿਖਿਓ ਆਦਸ। ਇੱਕ ਨਿਸ ਬਸ ਕਰ ਨਿਜ ਘਰ ਮਾਹੂ, ਹਟੇ ਕੋਸ ਇੱਕ ਡੇਰਾ ਰਾਹੂ। ਤਿਸੀ ਪ੍ਰਕਾਰ ਸੁਦਾਸਰ ਆਏ, ਆਵਤ ਜਾਤੇ ਸਰਬ ਲਖਾਏ। ਕੇਤਕ ਸ਼ਬਦ ਲਿਖੋ ਅਧਕਾਈ, ਆਏ ਪੁਨ ਸ੍ਰੀ ਗੁਰ ਅਗਵਾਈ। ਜੁਗਲ ਗ੍ਰੰਥ ਸਹਿਬ ਧਰ ਦੀਨੇ, ਅਦਕ ਸੋ ਹੁਤੇ ਸੁਨਾਵਨ ਕੀਨੇ। ਪੇਖ ਅਰ ਸੁਨ ਸ੍ਰੀ ਮੁਖ ਫਰਮਾਇਓ, ਲਿਖ ਕਰ ਅਦਕ ਜਤੋਂ ਤੁਮ ਪਾਇਓ। ਤਿਸੀ ਬੀੜ ਮੈਂ ਰੱਖੋ ਲਿਖਾਵੋ, ਨਹਿ ਇਸ ਗ੍ਰੰਥ ਵਿਖੇ ਸੋ ਪਾਵੋ। ਕਰਤਾ ਗੁਰਬਿਲਾਸ ਨੇ ਉਹਨਾਂ ਵਾਧੂ ਬਾਣੀਆਂ ਦੇ ਨਾਮ ਵੀ ਲਿਖ ਦਿੱਤੇ ਹਨ। ਕਵੀ ਦੱਸਦਾ ਹੈ ਕਿ ਭਗਤ ਬਾਣੀ ਵਿੱਚ ਦੋ ਤਬਦੀਲੀਆਂ ਕੀਤੀਆਂ ਗਈਆਂ। ਇੱਕ ਤਾਂ ਰਾਗ ਸਾਰੰਗ ਵਿੱਚ ਭਗਤ ਸੂਰਦਾਸ ਦੀ ਇੱਕ ਤੁਕ ਦੇ ਥਾਂ ਸਾਰਾ ਹੀ ਪਦਾ ਲਿਖਿਆ ਗਿਆ, ਤੇ ਦੂਜੇ ਮਾਰੂ ਰਾਗ ਵਿੱਚ ਮੀਰਾਂ ਬਾਈ ਦਾ ਇੱਕ ਪਦਾ ਲਿਖ ਲਿਆ, ਜਿਸ ਦੀ ਪਹਿਲੀ ਤੁਕ ਦੇ ਕੁਝ ਲਫ਼ਜ਼ ਇਉਂ ਹਨ: ਮਨ ਹਮਾਰੋ ਬਾਂਧਿਓ ਗੁਣ। ਭਗਤ ਬਾਣੀ ਦੀ ਇਸ ਅਦਲਾ ਬਦਲੀ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਹੇਠ ਲਿਖੀਆਂ ਰਚਨਾਵਾਂ ਵਾਧੂ ਪਾ ਲਈਆਂ, ਜੋ ਸਭ ਗੁਰੂ ਨਾਨਕ ਸਾਹਿਬ ਦੀਆਂ ਰਚੀਆਂ ਦੱਸੀਆਂ ਗਈਆਂ। ਨੰਬਰ 1 ਜੇਤਦਾਰ ਲੱਖ ਮੁਹੰਮਦਾ। ਨੰਬਰ 2 ਬਾਏ ਆਤਸ਼ 16 ਸਲੋਕ। ਨੰਬਰ 3 ਰਤਨਮਾਲ। ਅਤੇ ਨੰਬਰ 4 ਰਾਹ ਮੁਕਾਮ ਕੀ ਸਾਖ। ਕਵੀ ਦੇ ਆਪਣੇ ਸ਼ਬਦਾਂ ਅਨੁਸਾਰ ਭਾਈ ਬੰਨੋ ਨੇ ਬਾਣੀ ਕਸ਼ਕ ਵਧੀਕ ਲਖਾਈ, ਸਿੱਖਨ ਤੇ ਸੋ ਪੋਥੀ ਪਾਈ। ਸਾਰੰਗ ਸ਼ਬਦ ਸੂਰ ਕਾ ਗਾਇਓ, ਤਹਿ ਤੁਕ ਏਕ ਸਾਰਾ ਇਹਾਂ ਪਾਇਓ। ਦੋਹਰਾ ਛਾੜ ਮਨ ਹਾਰ ਬਿਮਿਖੁਨ ਕੋ ਸੰਗ, ਸ਼ਬਦ ਲਿਖ ਲੀਨ। ਮੀਰਾਂ ਬਾਈ ਸ਼ਬਦ ਪੁਨ, ਔਰ ਲਿਖੇ ਚਿਤ ਚੀਨ। ਮਨ ਹਮਾਰੋ ਬਾਂਧਿਓ ਗੁਣ, ਮਾਰੂ ਸ਼ਬਦ ਲਖਾਏ। ਜਿਤਦਰ ਲੱਖ ਮੁਹੰਮਦਾ, ਸਲੋਕ 3 ਲਿਖ ਪਾਏ। ਚੌਪਈ ਬਾਏ ਆਤਸ਼ 16 ਸਲੋਕ, ਰਤਨਮਾਲ ਲਿਖ ਲਈ ਆਲੋਕ। ਰਾਹ ਮੁਕਾਮ ਕੀ ਸਾਖ ਲਿਖਾਈ, ਰਾਗ ਮਾਲ ਪਾਛੇ ਲਿਖ ਪਾਈ। ਦੁਹੂ ਗ੍ਰੰਥ ਕੀ ਜਿਲਤ ਬਣਾਈ, ਚਲੇ ਗੁਰੂ ਪੈ ਦੇਰ ਨਾ ਲਾਈ। ਜਿਲਤ ਬਣਾਏ ਸੋ ਆਵਤ ਭਏ, ਸ੍ਰੀ ਗੁਰ ਚਰਨ ਕਮਲ ਮਨ ਦੇ। ਗਿਆਨੀ ਗਿਆਨ ਸਿੰਘ ਨੇ ਵਾਧੂ ਪਾਈਆਂ ਲਿਖਤਾਂ ਦਾ ਕੋਈ ਵੇਰਵਾ ਨਹੀਂ ਦਿੱਤਾ, ਸਿਰਫ ਇਹੀ ਲਿਖਿਆ ਹੈ: ਉਸ ਨੇ ਰਸਤੇ ਵਿੱਚ ਇੱਕ ਉਤਾਰਾ ਹੋਰ ਕਰ ਲਿਆ, ਜਿਸ ਵਿੱਚ ਕੁਝ ਕੁ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਕੁਝ ਕੁ ਹੋਰ ਭਗਤਾਂ ਦੇ ਵਧੀਕ ਲਿਖ ਲਏ। ਆਦਬੀੜ ਦਾ ਤਾਂ ਭਾਦਰੋਂ ਸੁਦੀ ਏਕਮ ਤੋਂ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਸ਼ੁਰੂ ਹੋ ਗਿਆ ਸੀ, ਇਸ ਵਾਸਤੇ ਉਸ ਉਤੋਂ ਹੋਰ ਉਤਾਰੇ ਹੋ ਨਹੀਂ ਸਕਦੇ ਸਨ। ਸਿਰਫ ਭਾਈ ਬੰਨੋ ਵਾਲੀ ਬੀੜ ਹੀ ਸੀ ਜਿਸ ਤੋਂ ਉਤਾਰਾ ਕੀਤਾ ਜਾ ਸਕਦਾ ਸੀ। ਆਮ ਸਿੱਖ ਸੰਗਤਾਂ ਨੂੰ ਹਰ ਥਾਂ ਇਹ ਪਤਾ ਵੀ ਨਹੀਂ ਸੀ ਕਿ ਭਾਈ ਬੰਨੋ ਨੇ ਕੋਈ ਅਦਲਾ ਬਦਲੀ ਕੀਤੀ ਹੋਈ ਹੈ। ਜਿਹੜਾ ਵੀ ਉਤਾਰਾ ਮਾਂਗਟ ਵਾਲੀ ਬੀੜ ਤੋਂ ਹੋਇਆ, ਉਸੇ ਵਿੱਚ ਅਦਲਾ ਬਦਲੀ ਦਰਜ ਹੋ ਗਈ ਤੇ ਇਹ ਸਿਲਸਿਲਾ ਅਗਾਂਹ ਚੱਲ ਪਿਆ। ਲਿਖਤੀ ਬੀੜਾਂ ਵਿੱਚ ਭਾਈ ਬੰਨੋ ਵਾਲੀਆਂ ਵਾਧੂ ਚੀਜ਼ਾਂ ਦਰਜ ਹੁੰਦੀਆਂ ਗਈਆਂ। ਭਾਈ ਬੰਨੋ ਵਾਲੀ ਬੀੜ ਵਿੱਚ ਆਦਬੀੜ ਨਾਲੋਂ ਇਹ ਫਰਕ ਕਦੋਂ ਤੇ ਕਿਵੇਂ ਪਿਆ, ਅਸੀਂ ਆਪਣੇ ਪਿਛਲੇਰੇ ਲੇਖ ਵਿੱਚ ਸਾਬਤ ਕਰ ਚੁੱਕੇ ਹਾਂ ਕਿ ਭਾਈ ਬੰਨੋ ਵਾਲੀ ਬੀੜ ਮਾਂਗਟ ਦੇ ਰਾਹਾਂ ਵਿੱਚ ਨਹੀਂ ਲਿਖੀ ਗਈ ਸੀ। ਇਹ ਉਤਾਰਾ ਸ੍ਰੀ ਅੰਮ੍ਰਿਤਸਰ ਵਿੱਚ ਹੀ ਕੀਤਾ ਗਿਆ ਸੀ।
ਅੰਮ੍ਰਿਤਸਰ ਵਿੱਚ ਆਦਿ ਬੀੜ ਤੋਂ ਕੀਤਾ ਉਤਾਰਾ ਗੁਰੂ ਅਰਜਨ ਸਾਹਿਬ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਅਸੀਂ ਪਿੱਛੇ ਵੇਖ ਆਏ ਹਾਂ ਕਿ ਆਦਿ ਬੀੜ ਤੋਂ ਪਹਿਲਾ ਉਤਾਰਾ ਭਾਈ ਗੁਰਦਾਸ ਜੀ ਦੇ ਸਾਹਮਣੇ ਹੀ ਹੋ ਸਕਦਾ ਸੀ ਤੇ ਹੋਇਆ ਸੀ। ਇੱਥੇ ਇਹ ਹੈਰਾਨੀ ਪੈਦਾ ਹੁੰਦੀ ਹੈ ਕਿ ਭਾਈ ਗੁਰਦਾਸ ਜੀ ਦੇ ਸਾਹਮਣੇ ਹੋਏ ਉਤਾਰੇ ਵਿੱਚ ਭਾਈ ਬੰਨੋ ਦੇ ਲਿਖਾਰੀ ਵਾਧੂ ਬਾਣੀਆਂ ਕਿਵੇਂ ਰਲਾ ਸਕੇ ਕਿ ਭਾਈ ਗੁਰਦਾਸ ਜੀ ਇਸ ਉਤਾਰੇ ਦੀ ਨਾਲੋਂ ਨਾਲ ਪੜਤਾਲ ਨਹੀਂ ਕਰੀ ਜਾਂਦੇ ਸਨ। ਪੁਰਾਤਨ ਜਨਮ ਸਾਖੀ ਪੁਸਤਕ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਲਿਖੀ ਗਈ ਸੀ। ਉਸ ਵਿੱਚ ਕਈ ਨਕਲੀ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਹੇਠ ਦਰਜ ਹਨ, ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਘਾੜਤਾਂ ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਸ਼ੁਰੂ ਹੋ ਚੁੱਕੀਆਂ ਸਨ। ਇਸ ਹਾਲਤ ਵਿੱਚ ਇਹ ਨਹੀਂ ਹੋ ਸਕਦਾ ਸੀ ਕਿ ਭਾਈ ਗੁਰਦਾਸ ਜੀ ਇਸ ਹੋਰੇ ਉਤਾਰੇ ਦੀ ਪੂਰੀ ਨਿਗਰਾਨੀ ਨਾ ਕਰਦੇ। ਫਿਰ ਭਾਈ ਬੰਨੋ ਜਾਂ ਉਹਨਾਂ ਦੇ ਲਿਖਾਰੀ ਇਹ ਮਿਲਾਵਟ ਕਿਵੇਂ ਕਰ ਸਕੇ? ਪ੍ਰਾਚੀਨ ਬੀੜਾਂ ਦਾ ਲਿਖਾਰੀ ਪੁਸਤਕ ਪ੍ਰਾਚੀਨ ਬੀੜਾਂ ਦੇ ਕਰਤਾ ਸਰਦਾਰ GB ਸਿੰਘ ਗੁਰਬਖਸ਼ ਸਿੰਘ ਜੀ ਭਾਈ ਬੰਨੋ ਵਾਲੀ ਬੀੜ ਬਾਰੇ ਸਫਾ 124 ਉੱਤੇ ਕਹਿੰਦੇ ਹਨ ਕਿ ਮਾਂਗਟ ਵਾਲੀ ਗ੍ਰੰਥ ਸਾਹਿਬ ਦੀ ਬੀੜ 12 ਲਿਖਾਰੀਆਂ ਦੇ ਹੱਥ ਦੀ ਲਿਖੀ ਹੈ ਅਤੇ ਛੇਕੜ ਦੇ ਕੁਝ ਵਰਕੇ 1-2 ਹੋਰ ਹੱਥਾਂ ਦੇ। ਵਾਧੂ ਲਿਖੀਆਂ ਬਾਣੀਆਂ ਬਾਰੇ ਸਫਾ 127 ਉੱਤੇ ਇਉਂ ਲਿਖਦੇ ਹਨ, ਮੈਂ ਭਾਈ ਸਾਹਿਬ ਅਤੇ ਉਹਨਾਂ ਦੇ ਲਿਖਾਰੀਆਂ ਨੂੰ ਇਹ ਵਾਅਦਾ ਕਰਨ ਦਾ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ। ਉਸ ਬੀੜ ਵਿੱਚ ਕਈ ਵਾਅਦੇ ਤੇ ਅਦਲ ਬਦਲ ਪਿੱਛੋਂ ਹੋਏ ਹਨ। ਗੁਰਬਿਲਾਸ ਦੇ ਬਿਆਨ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਉਸ ਵੇਲੇ ਭਾਵ ਸੰਮਤ 1775 ਤੱਕ ਇਹ ਬਾਣੀਆਂ ਮਾਂਗਟ ਵਾਲੀ ਬੀੜ ਵਿੱਚ ਲਿਖੀਆਂ ਜਾ ਚੁੱਕੀਆਂ ਸਨ, ਪਰ ਉਸ ਵੇਲੇ ਇਹਨਾਂ ਦੇ ਬੀੜ ਵਿੱਚ ਹੋਣ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਇਹ ਉਤਾਰਾ ਕਰਦੇ ਸਮੇਂ ਹੀ ਪੈ ਗਈਆਂ ਸਨ। ਸੂਰਦਾਸ ਅਤੇ ਮੀਰਾਬਾਈ ਦਾ ਵਾਧੂ ਸ਼ਬਦ ਦੇਣ ਤੋਂ ਪਹਿਲਾਂ ਉਹ ਸਫਾ 125 ਉੱਤੇ ਲਿਖਦੇ ਹਨ, ਇਹ ਗੱਲ ਆਮ ਪ੍ਰਸਿੱਧ ਤੇ ਸਾਰੇ ਸਿੱਖਾਂ ਦੀ ਮੰਨੀ ਹੋਈ ਹੈ ਕਿ ਇਸ ਬੀੜ ਵਿੱਚ ਇੱਕ ਵਾਧੂ ਸ਼ਬਦ ਸੂਰਦਾਸ ਦਾ ਅਤੇ ਇੱਕ ਸ਼ਬਦ ਮੀਰਾਬਾਈ ਦਾ ਪਾਏ ਗਏ ਹਨ, ਜੋ ਆਦਿ ਬੀੜ ਵਿੱਚ ਨਹੀਂ ਹਨ। ਭਾਈ ਬੰਨੋ ਜੀ ਦੀ ਆਗਿਆ ਨਾਲ ਲਿਖਾਰੀ ਨੇ ਪਾਏ ਜਾਂ ਆਪਣੀ ਮਨਮਰਜ਼ੀ ਕੀਤੀ ਨਹੀਂ ਕਿਹਾ ਜਾ ਸਕਦਾ। ਸੂਰਦਾਸ ਦਾ ਜੋ ਸ਼ਬਦ ਵਧਾਇਆ ਗਿਆ ਹੈ ਉਹ ਇਹ ਹੈ, ਛਾੜ ਮਨ ਹਰ ਬੇਮੁਖਨ ਕੋ ਸੰਗ ਕਹਿਆ ਭਇਓ ਪੈ ਪਾਨ ਤੇ ਆਏ ਵੇਖਨ ਹੀ ਤਜ ਤੁ ਭਯੰਗ ਰਹਾਓ। ਕਾਗਾ ਕਪੂਰ ਚੁਗਾਏ ਸਵਾਨ ਆਏ ਗੰਗ ਖਰ ਕੋ ਕਹਾਂ ਅਗਰ ਕੋ ਲੇਪਨ ਮਰਕਟ ਭੂਖਨ ਅੰਗ ਪਾਹਨ ਪਤਤ ਬਾਨ ਬੇਦੇ ਰੀਦੇ ਹੋਏ ਨਿਖੰਗ ਸੂਰਦਾਸ ਕੀ ਕਾਲੀ ਕਮਰੀ ਚੜ੍ਹਤ ਨ ਦੂਜਾ ਰੰਗ। ਸੂਰਦਾਸ ਤੇ ਕਈ ਹੋਰ ਭਗਤਾਂ ਵਾਂਗ ਮੀਰਾ ਵੀ ਕ੍ਰਿਸ਼ਨ ਜੀ ਦੀ ਉਪਾਸ਼ਕ ਸੀ ਅਤੇ ਇਸ ਦਾ ਸ਼ਬਦ ਵੀ ਕ੍ਰਿਸ਼ਨ ਵੱਲ ਹੀ ਸੰਬੋਧਨ ਹੋ ਕੇ ਕਿਹਾ ਹੋਇਆ ਹੈ, ਮਨ ਹਮਾਰੋ ਬਾਂਧਿਓ ਮਾਈ ਕਵਲ ਨੈਣ ਆਪਣੇ ਗੁਣ ਰਹਾਓ। ਤੀਖਣ ਤੀਰ ਬੇਦ ਸਰੀਰ ਦੂਰ ਗਇਓ ਮਾਈ ਲਾਹਿਓ ਤਬ ਜਾਣਿਓ ਨਾਹੀ ਅਬ ਨਾ ਸਹਿਓ ਜਾਈ ਰੀ ਮਾਈ। ਤੰਤ ਮੰਤ ਔਖਦ ਕਰੋ ਤਉ ਪੀਰ ਨਾ ਜਾਈ ਹੈ ਕੋ ਉਪਕਾਰ ਕਰੇ ਕਠਨ ਦਰਦ ਮਾਈ ਰੀ। ਨਿਕਟ ਹੋਂ ਤੁਮ ਦੂਰ ਨਹੀਂ ਬੇਗ ਮਿਲੋ ਆਈ ਮੀਰਾ ਗਿਰਦਰ ਸੁਆਮੀ ਦਇਆਲਾ ਤਨ ਕੀ ਤਪਤ ਬੁਝਾਈ ਰੀ ਮਾਈ। ਕਵਲ ਨੈਣ ਆਪਣੇ ਗੁਣ ਬਾਂਧਿਓ ਮਾਈ। ਸੂਰਦਾਸ ਅਤੇ ਮੀਰਾ ਦੇ ਸ਼ਬਦਾਂ ਵਿਚਾਲੇ 170 ਸਫ਼ੇ ਦੀ ਵਿੱਥ ਹੈ, ਸੋ ਮਾਲੂਮ ਹੁੰਦਾ ਹੈ ਕਿ ਦੋ ਲਿਖਾਰੀ ਇਨ੍ਹਾਂ ਸ਼ਬਦਾਂ ਦੇ ਵਧਾਉਣ ਲਈ ਜ਼ਿੰਮੇਵਾਰ ਸਨ, ਪਰ ਹੋ ਸਕਦਾ ਹੈ ਕਿ ਇੱਕੋ ਨਹੀਂ ਦੋਵੇਂ ਵਧਾਵੇ ਹੋਣ। ਮੈਨੂੰ ਇਸ ਗੱਲ ਦੀ ਪੜਤਾਲ ਕਰਨ ਦਾ ਮੌਕਾ ਨਹੀਂ ਮਿਲਿਆ। ਇਹ ਦੋ ਸ਼ਬਦ ਤਾਂ ਰਾਗ ਸਾਰੰਗ ਤੇ ਰਾਗ ਮਾਰੂ ਦੇ ਛੇਕੜ ਗ੍ਰੰਥ ਸਾਹਿਬ ਦੇ ਅੰਦਰ ਵਧਾਏ ਗਏ ਸਨ, ਪਰ ਗ੍ਰੰਥ ਸਾਹਿਬ ਦੇ ਪਿੱਛੇ ਵਾਧੂ ਪੱਤਰਿਆਂ ਪੁਰ ਹੋਰ ਕਈ ਬਾਣੀਆਂ ਵੀ ਇਸ ਬੀੜ ਵਿੱਚ ਦਰਜ ਹੋਈਆਂ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੱਸਦਾ ਹੈ, ਨੋਟ, ਇਸ ਤੋਂ ਅਗਾਂਹ ਪ੍ਰਾਚੀਨ ਬੀੜਾਂ ਵਾਲੇ ਨੇ ਗੁਰਬਿਲਾਸ ਵਿੱਚੋਂ ਉਹੀ ਤੁਕਾਂ ਲਿਖੀਆਂ ਹਨ ਜੋ ਅਸੀਂ ਪਿਛਲੇ ਅੰਕ ਦੇ ਵਿੱਚ ਦੇ ਆਏ ਹਾਂ। ਅਗਾਂਹ ਚੱਲ ਕੇ ਸਫਾ 129 ਉੱਤੇ GB ਸਿੰਘ ਜੀ ਲਿਖਦੇ ਹਨ, ਮੈਨੂੰ ਮੌਕਾ ਨਹੀਂ ਮਿਲਿਆ ਕਿ ਮੈਂ ਆਪਣੀ ਤਸੱਲੀ ਕਰ ਸਕਦਾ। ਇਹ ਦੇਖ ਕੇ ਇਹ 5 ਫਾਲਤੂ ਬਾਣੀਆਂ ਜੋ ਹੁਣ ਬੀੜ ਵਿੱਚ ਮੌਜੂਦ ਹਨ ਕਿਸ ਤਰਤੀਬ ਵਿੱਚ ਦਿੱਤੀਆਂ ਹਨ, ਕਿਹਨਾਂ ਹੱਥਾਂ ਨੇ ਲਿਖੀਆਂ ਹਨ, ਕਿ ਇਹਨਾਂ ਦਾ ਲਿਖਣ ਵਾਲਾ ਉਹੋ ਹੀ ਲਿਖਾਰੀ ਸੀ ਜਿਸ ਨੇ ਭੋਗ ਦੀ ਬਾਣੀ ਲਿਖੀ
ਜਾਂ ਕੋਈ ਨਵਾਂ ਹੀ ਲਿਖਾਰੀ। ਮੈਂ ਕੁਝ ਸਵਾਲ ਇੱਕ ਸੱਜਣ ਨੂੰ ਲਿਖ ਭੇਜੇ ਹਨ। ਜੇਕਰ ਮੈਨੂੰ ਇਹਨਾਂ ਦਾ ਜਵਾਬ ਮਿਲ ਗਿਆ ਜਾਂ ਮੈਂ ਦੂਜੀ ਵਾਰ ਆਪ ਮੰਗਟ ਗਿਆ ਤਦ ਕੋਈ ਨਿਸ਼ਚਿਤ ਗੱਲ ਲਿਖ ਸਕਾਂਗਾ। ਪਰ ਇਸ ਗੱਲ ਦਾ ਮੈਂ ਵੇਰਵਾ ਕੱਢ ਲਿਆ ਸੀ ਕਿ ਸ਼ੇਕੜਪੁਰ ਸਿਆਹੀ ਕੀ ਬਿੱਧ ਤੇ ਰਾਗਮਾਲਾ ਦੇ ਕੇ ਨਾਵੀਂ ਪਾਤਸ਼ਾਹੀ ਦੀ ਸਾਰੀ ਬਾਣੀ ਸਲੋਕਾਂ ਸਮੇਤ ਇੱਕ ਥਾਂ ਦਿੱਤੀ ਹੈ। ਰਾਗਾਂ ਹੇਠ ਵੰਡ ਕੇ ਹੋਰ ਸ਼ਬਦਾਂ ਦੇ ਵਿਚਕਾਰ ਨਹੀਂ ਦਿੱਤੀ। ਮੰਗਟ ਵਾਲੀ ਬੀੜ ਵਿੱਚ ਨਾਵੇਂ ਮਹੱਲੇ ਦੀ ਬਾਣੀ ਦੇ ਪਿੱਛੋਂ ਚਲਿੱਤਰ ਜੋਤੀ ਜੋ ਸਮਾਵਨ ਘਾਉਂਦਾ ਹੈ। 9 ਗੁਰੂਆਂ ਦੇ ਚਲਾਣੇ ਦੀਆਂ ਥਿੱਤਾਂ ਦਿੱਤੀਆਂ ਹਨ। ਸਾਫ਼ ਸਿੱਧ ਹੈ ਕਿ ਇਹ ਸਭ ਵਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਲਿਖ ਕੇ ਪਾਏ ਗਏ ਜਾਂ ਉਸ ਤੋਂ ਵੀ ਕੁਝ ਚਿਰ ਪਿੱਛੋਂ। ਜੀਬੀ ਸਿੰਘ ਜੀ ਨੂੰ ਉਹਨਾਂ ਦੇ ਸਵਾਲ ਦੇ ਉੱਤਰ ਸਰਦਾਰ ਬਿਸ਼ਨ ਸਿੰਘ ਜੀ ਬੰਨੋਆਣੀਏ ਨੇ ਲਿਖ ਕੇ ਭੇਜੇ, ਜੋ ਪ੍ਰਾਚੀਨ ਬੀੜਾਂ ਦੇ ਸਫਾ 137 ਤੋਂ 40 ਉੱਤੇ ਦਰਜ ਹਨ। ਰਾਗ ਮਾਰੂ ਵਿੱਚ ਮੀਰਾਂ ਬਾਈ ਦਾ ਸ਼ਬਦ ਰਾਗ ਦੇ ਅੰਤਪੁਰ ਹੈ ਅਤੇ ਉਸ ਦੇ ਪਿੱਛੇ ਹੋਰ ਕੁਝ ਨਹੀਂ, ਪਰ ਇਹ ਉਸੇ ਹੱਥ ਦਾ ਲਿਖਿਆ ਹੈ ਕਿ ਜਿਸ ਹੱਥ ਦੇ ਉਸ ਤੋਂ ਪਹਿਲੇ ਲਿਖੇ ਜੈਦੇਵ ਅਤੇ ਰਵਿਦਾਸ ਦੇ ਸ਼ਬਦ। ਇਹ ਸ਼ਬਦ ਪਿੱਛੋਂ ਕਿਸੇ ਦਾ ਲਿਖਿਆ ਨਹੀਂ, ਅਸਲ ਦਾ ਹਿੱਸਾ ਹੈ। ਛਾੜ ਮਨ ਹਰ ਬੇਮੁਖਨ ਕੋ ਸੰਗ ਵਾਲਾ ਸਾਰਾ ਸ਼ਬਦ ਭਾਵੇਂ ਇੱਥੇ ਲਿਖਿਆ ਹੈ, ਪਰੰਤੂ ਪਹਿਲੀ ਤੁਕ ਹੀ ਆਪਣੇ ਤੋਂ ਪਹਿਲੀ ਲਿਖਤ ਨਾਲ ਮਿਲਦੀ ਹੈ। ਅੱਗੇ ਸਾਰਾ ਸ਼ਬਦ ਹੋਰ ਲਿਖਤ ਦਾ ਹੈ। ਗ੍ਰੰਥ ਸਾਹਿਬ ਦੇ ਅੰਤਪੁਰ ਇਹ ਵਾਧੂ ਬਾਣੀਆਂ ਹੇਠ ਦਿੱਤੀ ਤਰਤੀਬ ਵਿੱਚ ਮੌਜੂਦ ਹਨ। ਊੜਾ ਸ਼ਲੋਕ ਜਿਤ ਦਰ ਲੱਖ ਮੁਹੰਮਦਾ, ਐੜਾ ਸ਼ਲੋਕ ਬਾਏ ਆਤਸ਼ ਆਬ, ਈੜੀ ਰਤਨਮਾਲਾ, ਸੱਸਾ ਹਕੀਕਤ ਰਾਹ ਮੁਕਾਮ ਰਾਜੇ ਸ਼ਿਵ ਨਾਗ ਕੀ, ਹਾਹਾ ਰਾਗਮਾਲਾ। ਰਾਗ ਕਾਨੜਾ ਤੋਂ ਲੈ ਕੇ ਇਸ ਵਾਧੂ ਬਾਣੀ ਸਮੇਤ ਰਾਗਮਾਲਾ ਤੇ ਸਿਆਹੀ ਕੀ ਵਿਧੀ ਇੱਕ ਹੱਥ ਦੀ ਲਿਖਤ ਹੈ। ਇਹ ਹਵਾਲਾ ਦੇ ਕੇ ਜੀਬੀ ਸਿੰਘ ਜੀ ਆਪਣੇ ਵੱਲੋਂ ਲਿਖਦੇ ਹਨ। ਜੇ ਇਹ ਠੀਕ ਹੈ ਤਾਂ ਸਾਨੂੰ ਕਹਿਣਾ ਪਵੇਗਾ ਕਿ ਇਹ ਸਾਰੇ ਵਰਕੇ ਭਾਈ ਬੰਨੋ ਜੀ ਦੇ ਲਿਖਾਰੀਆਂ ਵਿੱਚੋਂ ਕਿਸੇ ਦੀ ਲਿਖਤ ਨਹੀਂ, ਬਹੁਤ ਚਿਰ ਪਿੱਛੋਂ ਕਿਸੇ ਹੋਰ ਨੇ ਲਿਖ ਕੇ ਪਾਏ ਹਨ। ਅਸਲ ਬੀੜ ਦੇ ਛੇਕੜ ਦੇ ਕੁਝ ਵਰਕੇ ਖਸਤਾ ਹੋ ਗਏ ਹੋਣਗੇ ਜਾਂ ਪਾਟ ਗਏ ਹੋਣਗੇ। ਪੁਸਤਕ ਪ੍ਰਾਚੀਨ ਬੀੜਾਂ ਵਿੱਚ ਹੋਰ ਬੀੜਾਂ ਦੇ ਹਵਾਲੇ। ਸਰਦਾਰ ਜੀਬੀ ਸਿੰਘ ਨੂੰ ਆਪਣੀ ਮੁਲਾਜ਼ਮਤ ਦੇ ਸਿਲਸਿਲੇ ਵਿੱਚ ਭਾਰਤ ਦੇ ਕਈ ਇਲਾਕਿਆਂ ਵਿੱਚ ਜਾਣ ਦਾ ਮੌਕਾ ਮਿਲਦਾ ਸੀ। ਪੁਰਾਣੀਆਂ ਹੱਥ ਲਿਖੀਆਂ ਬੀੜਾਂ ਬਾਰੇ ਖੋਜ ਕਰਨ ਦਾ ਉਹਨਾਂ ਨੂੰ ਸ਼ੌਂਕ ਸੀ। ਜਿੱਥੇ ਜਿੱਥੇ ਕਿਸੇ ਪ੍ਰਾਚੀਨ ਬੀੜ ਦੀ ਉਹਨਾਂ ਨੂੰ ਦੱਸ ਪਈ, ਉੱਥੇ ਉਹ ਆਪ ਜਾ ਕੇ ਇਸ ਕੰਮ ਵਿੱਚ ਦਿਲਚਸਪੀ ਲੈਂਦੇ ਸਨ। ਜ਼ਿਲ੍ਹਾ ਗੁਜਰਾਤ ਦੀ ਤਹਿਸੀਲ ਫਾਲੀਆ ਦੇ ਪਿੰਡ ਬਹੁਤ ਵਿੱਚ ਵੀ ਇੱਕ ਬੀੜ ਸੀ। ਜੀਬੀ ਸਿੰਘ ਜੀ ਉਸ ਬੀੜ ਬਾਰੇ ਆਪਣੀ ਪੁਸਤਕ ਦੇ ਸਫਾ 143 ਉੱਤੇ ਲਿਖਦੇ ਹਨ। ਬਹੁਤ ਤਹਿਸੀਲ ਫਾਲੀਆ ਵਾਲੀ ਬੀੜ। ਭਾਈ ਬੰਨੋ ਵਾਲੀ ਬੀੜ ਤੋਂ ਪਹਿਲਾ ਉਤਾਰਾ ਵਰੇ ਦੇ ਅੰਦਰ ਅੰਦਰ ਹੀ ਹੋ ਗਿਆ ਸੀ ਤੇ ਉਹ ਮਾਂਗਟ ਤੋਂ 5 ਮੀਲ ਤੇ ਇੱਕ ਪਿੰਡ ਬਹੁਤ ਵਿੱਚ ਪੰਚਾਇਤੀ ਗੁਰਦੁਆਰੇ ਵਿੱਚ ਮੌਜੂਦ ਹੈ। ਪਿਛਲੇ 26 ਵਰਕੇ ਜੋ 100 ਵਰਾ ਪਿੱਛੋਂ ਪਾਏ ਗਏ ਸਨ ਛੱਡ ਕੇ ਇਹ ਗ੍ਰੰਥ ਸਾਰੇ ਦਾ ਸਾਰਾ ਪੱਤਰੇ 1 ਤੋਂ ਪੱਤਰੇ 568 ਤੱਕ ਇੱਕ ਹੀ ਲਿਖਾਰੀ ਦੇ ਹੱਥਾਂ ਦਾ ਲਿਖਿਆ ਹੈ, ਤਤਕਰਿਆਂ ਸਮੇਤ। ਅਤੇ ਤਤਕਰੇ ਦੇ ਪਿੱਛੇ 3 ਉਂਗਲਾਂ ਖਾਲੀ ਥਾਂ ਛੱਡ ਕੇ ਉਸੇ ਹੱਥ ਦਾ ਲਿਖਿਆ ਸੰਮਤ ਹੈ ਇਸ ਗ੍ਰੰਥ ਸਾਹਿਬ ਦੇ ਲਿਖੇ ਜਾਣ ਦਾ। ਤਤਕਰੇ ਤੋਂ ਇਹ ਵੀ ਦਿਸਦਾ ਹੈ ਕਿ ਇਹ ਪੱਤਰਾ 569 ਸੀ, ਜਿਸ ਉੱਤੇ ਪਹਿਲੇ ਲਿਖਾਰੀ ਨੇ ਹੀ ਰਾਗਮਾਲਾ ਤੇ ਚਲਿੱਤਰ ਜੋਤੀ ਜੋ ਸਮਾਵਨ ਕਾ ਲਿਖੇ ਸਨ। ਇਹ ਅਸਲੀ ਉਤਾਰੇ ਵਿੱਚ ਸਨ। ਇਸ ਪੱਤਰੇ ਨੂੰ ਕੱਢ ਕੇ 26 ਪੱਤਰੇ ਹੋਰ ਬਣਤ ਦੇ ਕਾਗਜ਼ ਦੇ ਪਾਏ ਗਏ, ਜਿਨ੍ਹਾਂ ਪਰ ਕਈ ਤਰ੍ਹਾਂ ਦੀ ਫਾਲਤੂ ਬਾਣੀ ਆਦਿ ਲਿਖੀ ਹੋਈ ਹੈ। ਸਰਦਾਰ ਬਿਸ਼ਨ ਸਿੰਘ ਜੀ ਬੰਨੋਆਣੀਆਂ ਨੇ ਮੇਰੀ ਬੇਨਤੀ ਪੁਰ ਬਹੁਤ ਵਾਲੀ ਬੀੜ ਨੂੰ ਚੰਗੀ ਤਰ੍ਹਾਂ ਵੇਖ ਕੇ ਇੱਕ ਤਾਂ ਮੇਰੇ ਕੀਤੇ ਨੋਟਾਂ ਦੀ ਤਾਈਦ ਕੀਤੀ ਹੈ ਤੇ ਦੂਜੇ ਹੇਠ ਲਿਖੀਆਂ ਨਵੀਆਂ ਗੱਲਾਂ ਮੈਨੂੰ ਦੱਸੀਆਂ ਹਨ। ਮੈਂ ਕਾਲ ਵਿੱਚ ਥੋੜਾ ਵਕਤ ਹੀ ਦੇ ਸਕਿਆ ਸਾਂ। ਨੰਬਰ 1, ਰਾਗ ਮਾਰੂ ਹੇਠਾਂ ਜੈਦੇਵ ਦਾ ਇਹ ਸ਼ਬਦ ਚੰਦ ਸੱਤ ਭੇਦਿਆ ਸ਼ੇਕੜਪੁਰ ਆ ਕੇ ਪਿਛਲੇ ਥਾਂ ਖਾਲੀ ਪਈ ਸੀ, ਉੱਥੇ ਕਿਸੇ ਹੋਰ ਹੱਥ ਦੇ ਲਿਖੇ ਹੋਏ ਇਹ 2 ਸ਼ਬਦ ਹਨ। ਊੜਾ ਰਵਿਦਾਸ ਦਾ ਸ਼ਬਦ ਮੁਖ ਸਾਗਰ ਚਿੰਤਾ ਮਨ, ਐੜਾ ਮੀਰਾਂ ਬਾਈ ਦਾ ਸ਼ਬਦ ਮਨ ਹਮਾਰੋ ਬੇਦਿਓ। ਥਾਂ ਹਾਲੀ ਵੀ ਖਾਲੀ ਪਈ ਹੈ
ਪੰਨਾ 348 ਪੁਰ। ਰਾਗ ਸਾਰੰਗ ਹੇਠਾਂ ਸੂਰਦਾਸ ਦਾ ਸ਼ਬਦ ਛਾੜ ਮਨ ਹਰ ਬੇਮੁਖਨ ਕੋ ਸੰਗ ਅਤੇ ਕਬੀਰ ਜੀ ਦਾ ਸ਼ਬਦ ਹਰ ਬਿਨ ਕੌਣ ਸਹਾਈ, ਇਹ ਪਿੱਛੋਂ ਇੱਕ ਹੋਰ ਹੱਥ ਦੇ ਲਿਖੇ ਹਨ। ਜਿਹੜੇ ਨਵੇਂ ਵਰਕੇ ਪਾਏ ਗਏ ਹਨ ਉਹਨਾਂ ਪੁਰ ਹੇਠਲੀ ਤਰਤੀਬਵਾਰ ਬਾਣੀਆਂ ਲਿਖੀਆਂ ਹਨ। ਊੜਾ ਪੰਨੇ 569 ਤੋਂ 578 ਤੱਕ ਨਾਵੇਂ ਗੁਰੂ ਦੀ ਬਾਣੀ ਸ਼ਬਦ ਤੇ ਸ਼ਲੋਕ। ਐੜਾ ਸਵਈਏ ਭੱਟਾਂ ਕੇ ਬਾਬਤ ਮਹਿਲੇ ਪਹਿਲੇ ਦੇ, ਮਹਿਲੇ ਦੂਜੇ ਦੇ ਤੇ ਮਹਿਲੇ ਤੀਜੇ ਦੇ, ਮਹਿਲੇ ਚੌਥੇ ਦੇ ਅਤੇ ਮਹਿਲੇ ਪੰਜਵੇਂ ਦੇ। ਈੜੀ ਮੁੰਦਾਵਣੀ ਸੱਸਾ ਸ਼ਲੋਕ ਮਹੱਲਾ ਪਹਿਲਾ। ਜੇਤਦਾਰ ਲੱਖ ਮੁਹੰਮਦਾ। ਹਾਹਾ ਸ਼ਲੋਕ ਮਹੱਲਾ ਪਹਿਲਾ। ਬਾਏ ਆਤਿਸ਼ ਆਬ। ਕੱਕਾ ਰਾਗ ਰਾਮਕਲੀ ਰਤਨਮਾਲਾ। ਖੱਖਾ ਹਕੀਕਤ ਰਾਹ ਮੁਕਾਮ ਰਾਜੇ ਸ਼ਿਵ ਨਾਭ ਕੀ। ਗੱਗਾ ਰਾਗਮਾਲਾ। ਘੱਗਾ ਸਿਆਹੀ ਕੀ ਵਿਧੀ ਛੋਟੀ ਅਤੇ ਗੰਗਾ ਚਲਿੱਤਰ ਜੋਤੀ ਜੋ ਸਮਾਵਣ ਕੇ ਪਹਿਲੇ 9 ਗੁਰੂ ਸਾਹਿਬਾਨ ਦੇ। ਇਸ ਤੋਂ ਅਗਾਂਹ ਜੀਬੀ ਸਿੰਘ ਜੀ ਆਪਣੇ ਵੱਲੋਂ ਨੋਟ ਦਿੰਦੇ ਹਨ। ਪ੍ਰਤੱਖ ਹੈ ਕਿ ਇਹ 26 ਵਰਕੇ ਗੁਰੂ ਤੇਗ ਬਹਾਦਰ ਜੀ ਦੇ ਚਲਾਣੇ ਦੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਪਾਏ ਗਏ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਚਲਾਣੇ ਦੀ ਥਿੱਤ ਸੰਮਤ ਨਹੀਂ ਦਿੱਤੇ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਠੀਕ ਤਾਰੀਖ ਸੰਮਤ 1701 ਚੇਤ ਸੁਦੀ 5 ਅਤੇ ਗੁਰੂ ਤੇਗ ਬਹਾਦਰ ਜੀ ਦੀ ਮੱਘਰ ਸੁਦੀ 5 ਸੰਮਤ 1732 ਦਿੱਤੀਆਂ ਹਨ। ਭਾਵੇਂ ਇਹ ਲੇਖ ਲੰਬਾ ਹੁੰਦਾ ਜਾ ਰਿਹਾ ਹੈ ਪਰ ਹੈ ਕਿਉਂਕਿ ਬੜਾ ਗੁੰਝਲ ਭਰਿਆ, ਇਸ ਨੂੰ ਸਾਫ਼ ਕਰਨ ਲਈ ਅਜੇ ਅਸੀਂ ਸਰਦਾਰ ਜੀਬੀ ਸਿੰਘ ਜੀ ਦੀ ਪੁਸਤਕ ਵਿੱਚੋਂ ਕੁਝ ਹੋਰ ਪ੍ਰਾਚੀਨ ਬੀੜਾਂ ਦੇ ਹਵਾਲੇ ਦੇਣ ਤੇ ਮਜਬੂਰ ਹਾਂ। ਪੁਸਤਕ ਪ੍ਰਾਚੀਨ ਬੀੜਾਂ ਦੇ ਸਫ਼ਾ 108 ਤੋਂ 122 ਤੱਕ ਜੀਬੀ ਸਿੰਘ ਜੀ ਬੂੜੇ ਸੰਧੂ ਵਾਲੀ ਬੀੜ ਦਾ ਹਾਲ ਲਿਖਦੇ ਹਨ ਤੇ ਇਹ ਬੀੜ ਸੰਮਤ 1662 ਵਿੱਚ ਲਿਖੀ ਗਈ ਮੰਨਦੇ ਹਨ। ਜੀਬੀ ਸਿੰਘ ਜੀ ਨੇ ਇਹ ਬੀੜ ਇੱਕ ਡੇਰੇ ਵਿੱਚ ਜਾ ਕੇ ਵੇਖੀ ਸੀ ਜੋ ਰਾਵਲਪਿੰਡੀ ਮੁਹੱਲਾ ਸੈਦਪੁਰੀ ਦਰਵਾਜ਼ੇ ਵਿੱਚ ਹੈ। ਇਸ ਬੀੜ ਬਾਰੇ ਆਪ ਲਿਖਦੇ ਹਨ ਸਫ਼ਾ 109 ਉੱਤੇ। ਸਾਰੀ ਦੀ ਸਾਰੀ ਇੱਕ ਹੱਥ ਦੀ ਲਿਖੀ ਹੋਈ ਸੀ। ਤਤਕਰੇ ਪਹਿਲੇ 26 ਪੱਤਰਿਆਂ ਪੁਰ ਅਤੇ ਗ੍ਰੰਥ ਸਾਹਿਬ ਦੇ ਸਮੇਤ ਇੱਕ ਪੱਤਰੇ ਦੇ, ਜਿਸ ਪੁਰ ਇੱਕ ਪਾਸੇ ਬਸੰਤ ਕੀ ਵਾਰ ਅਤੇ ਦੂਜੇ ਪਾਸੇ ਚਲਿੱਤਰ ਜੋਤੀ ਜੋਤ ਸਮਾਵਣ ਕੇ ਦਿੱਤੇ ਸਨ। ਸਾਰੇ 563 ਪੁਰ ਮੁੱਕਾ ਸੀ। ਕੁੱਲ 599 ਪੱਤਰੇ ਜਿਨ੍ਹਾਂ ਪੁਰ ਸ਼ੁਰੂ ਤੋਂ ਲੈ ਕੇ ਇੱਕ ਲਗਾਤਾਰ ਗਿਣਤੀ ਦਿੱਤੀ ਹੋਈ ਸੀ, ਪਰ ਪਿੱਛੋਂ ਕਾਫੀ ਚਿਰ ਬਾਅਦ ਕਿਸੇ ਨੇ ਛੇਕੜ ਲਈ ਜੁੱਜ ਦੇ ਅੰਦਰਲੇ 2 ਵਰਕੇ ਜਿਨ੍ਹਾਂ ਪੁਰ ਅੰਕ 587 ਅਤੇ 588 ਦਿੱਤੇ ਸਨ ਕੱਢ ਕੇ ਉਹਨਾਂ ਦੀ ਥਾਂ ਹੋਰ ਕਾਗਜ਼ ਦੇ 4 ਵਰਕਿਆਂ ਦੀ ਜੁੱਜ ਲਗਾ ਕੇ ਕਈ ਇੱਕ ਫਾਲਤੂ ਗੱਲਾਂ ਇਹਨਾਂ ਵਰਕਿਆਂ ਪੁਰ ਵਧਾ ਦਿੱਤੀਆਂ ਹਨ। ਇਹਨਾਂ 4 ਵਰਕਿਆਂ ਦਾ ਕਾਗਜ਼ ਹੋਰ, ਸਿਆਹੀ ਹੋਰ, ਕਲਮ ਹੋਰ ਤੇ ਲਿਖਣ ਵਾਲਾ ਹੋਰ ਸੀ। ਅਸਲ ਗ੍ਰੰਥ ਦਾ ਲਿਖਣ ਵਾਲਾ ਨਹੀਂ ਸੀ, ਕਿਉਂਕਿ ਵਾਧੂ ਲੇਖ ਜੋ ਵਧਾਏ ਗਏ ਹਨ ਉਹਨਾਂ ਵਿੱਚ ਹਕੀਕਤ ਰਾਹ ਮੁਕਾਮ ਰਾਜੇ ਸ਼ਿਵ ਨਾਭ ਕੀ ਵੀ ਹੈ ਅਤੇ ਇਹ ਔਰੰਗਜ਼ੇਬ ਦੇ ਜ਼ਮਾਨੇ ਵਿੱਚ ਲਿਖੀ ਗਈ ਸੀ ਸਨ 1673 ਦੇ ਲਾਗੇ। ਸੋ ਇਹ ਦੂਜਾ ਲਿਖਣ ਵਾਲਾ ਗੁਰੂ ਗੋਬਿੰਦ ਸਿੰਘ ਦੇ ਜ਼ਮਾਨੇ ਹੋਇਆ ਸਮਝਣਾ ਚਾਹੀਦਾ ਹੈ। ਇਸ ਦੂਜੇ ਲਿਖਾਰੀ ਨੇ ਚਲਿੱਤਰ ਜੋਤੀ ਜੋਤ ਸਮਾਵਣ ਦੇ ਅਤੇ ਉਸ ਦੇ ਪਿੱਛੇ ਗ੍ਰੰਥ ਦੇ ਉਤਾਰੇ ਕੀਤੇ ਜਾਣ ਦਾ ਸੰਮਤ ਆਦਿ ਜਿਉਂ ਦੀ ਤਿਉਂ ਅਸਲ ਪੱਤਰੇ 599 ਤੋਂ ਨਕਲ ਕਰ ਦਿੱਤੇ। ਬੂੜੇ ਸੰਧੂ ਵਾਲੀ ਦੇ ਪਿੱਛੇ ਜੋ ਵਾਧੂ 4 ਪੱਤਰੇ ਲਗਾ ਕੇ ਅਤੇ ਇੱਕ ਪਹਿਲੋਂ ਦੇ ਕੋਰੇ ਰਹੇ 5ਵੇਂ ਵਰਕੇ ਨਾਲ ਰਲਾ ਕੇ ਉਹਨਾਂ ਪੁਰ ਗਿਣਤੀ ਦੇ ਅੰਕ 587 ਤੋਂ 591 ਤੱਕ ਦਿੱਤੇ ਹਨ। ਉਹਨਾਂ ਪੁਰ ਹੇਠ ਲਿਖੀਆਂ ਬਾਣੀਆਂ ਤਰਤੀਬਵਾਰ ਦਰਜ ਕੀਤੀਆਂ ਹਨ। ਕੂੜਾ ਸ਼ਲੋਕ ਮਹੱਲਾ ਪਹਿਲਾ। ਜਿੱਤਦਰ ਲੱਖ ਮੁਹੰਮਦਾ। ਇਸ ਕਲਿਓ 5 ਪੀਤਿਓ ਨਾਨਕ ਛਿੰਝ ਪਈ ਦਰਵਾਜੇ। ਐੜਾ ਸ਼ਲੋਕ ਮਹੱਲਾ ਪਹਿਲਾ। ਬਾਏ ਆਤਿਸ਼ ਆਬ ਖਾਕ। ਆਪਿਓ ਹੋਇਓ ਤਾਂ ਝੁਰਮਰਾਂ ਸੱਚ ਸਦਾ ਬਖਸ਼ੰਦ। ਈੜੀ ਰਾਗ ਰਾਮਕਲੀ ਰਤਨਮਾਲਾ। ਆਸਨ ਸਾਧ ਨਿਰਾਲਮ ਰਹੇ ਨਾਨਕ ਕਹੇ ਸੋਈ ਬੈਰਾਗੀ। ਸੱਸਾ ਹਕੀਕਤ ਰਾਹ ਮੁਕਾਮ ਰਾਜੇ ਸ਼ਿਵ ਨਾਭ ਕੀ। ਹਾਹਾ ਰਾਗਮਾਲਾ। ਕੱਕਾ ਸਿਆਹੀ ਕੀ ਵਿਧੀ ਛੋਟੀ 4 ਸਤਰਾਂ ਵਾਲੀ। ਖੱਖਾ ਚਲਿੱਤਰ ਜੋਤੀ ਜੋ ਸਮਾਵਣ ਕੇ 4 ਗੁਰੂਆਂ ਦੇ।
ਬੀੜ ਪਿੰਡੀ ਲਾਲਾ ਗੁਜਰਾਤ। ਪ੍ਰਾਚੀਨ ਬੀੜਾਂ ਦੇ ਪੰਨਾ 150 ਉੱਤੇ ਇਸ ਬੀੜ ਦਾ ਜ਼ਿਕਰ ਹੈ। ਸੰਮਤ 1732 ਵਿੱਚ ਲਿਖੀ ਗਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਕੁੱਲ 1 ਮਹੀਨਾ ਪਿੱਛੋਂ ਇਸ ਵਿੱਚ ਨਾਵੇਂ ਗੁਰੂ ਸਾਹਿਬ ਦੀ ਬਾਣੀ ਦਿੱਤੀ ਹੋਈ ਹੈ। ਇਕੱਠੀ ਇੱਕ ਥਾਂ ਗ੍ਰੰਥ ਸਾਹਿਬ ਦੇ ਅੰਤਪੁਰ, ਜਿੱਥੇ ਸਾਰੇ ਰਾਗ ਮੁੱਕ ਜਾਂਦੇ ਹਨ। ਇਹ ਪੱਤਰੇ 538 ਤੋਂ 547 ਤੱਕ ਜਿਨ੍ਹਾਂ ਉੱਪਰ ਇਹ ਬਾਣੀ ਲਿਖੀ ਹੈ, ਕਿਸੇ ਹੋਰ ਹੱਥ ਦੇ ਲਿਖੇ ਹਨ। ਬਾਕੀ ਗ੍ਰੰਥ ਕਿਸੇ ਹੋਰ ਨੇ ਪਹਿਲੋਂ ਲਿਖਿਆ ਹੋਇਆ ਸੀ। ਇਸ ਬਾਣੀ ਤੋਂ ਪਿੱਛੋਂ ਪੱਤਰੇ 547 ਤੋਂ ਟੁਰ ਕੇ ਭੋਗ ਦੀ ਬਾਣੀ ਮੁਦਾਵਣੀ ਤੱਕ, ਫਿਰ ਅਸਲੀ ਗ੍ਰੰਥ ਲਿਖਣ ਵਾਲੇ ਦੇ ਹੱਥ ਦੀ ਹੈ। ਸ਼ੇਕਲੜੇ 5 ਵਰਕੇ ਦੂਜੇ ਲਖਾਰੀ ਦੀ ਕਲਮ ਤੋਂ, ਜਿਸ ਨੇ ਨਾਵੇਂ ਮਹੱਲੇ ਦੀ ਬਾਣੀ ਲਿਖੀ। 9 ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਥਿੱਤਾਂ ਵੀ ਦਿੱਤੀਆਂ ਹਨ। ਇਹ ਵੰਡ ਦੱਸਦੀ ਹੈ ਕਿ ਨਾਵੇਂ ਮਹੱਲੇ ਵਾਲੀ ਬਾਣੀ ਦੇ ਪੱਤਰੇ ਪਿੱਛੋਂ ਵਿੱਚ ਪਾਏ ਹਨ ਅਤੇ ਪਿਛਲੇ 5 ਪੱਤਰੇ ਵੀ ਵਧਾਏ ਹਨ। ਫਾਲਤੂ ਬਾਣੀਆਂ ਇਸ ਤਰਤੀਬ ਸਿਰ ਦਿੱਤੀਆਂ ਹਨ। ਊੜਾ ਸ਼ਲੋਕ ਤਥਾ ਗੋਸ਼ਟ ਮਲਾਰ ਨਾਲ ਹੋਈ। ਐੜਾ ਸ਼ਲੋਕ ਮਹੱਲਾ ਨਾਵਾਂ। ਈੜੀ ਰਤਨਮਾਲਾ ਰਾਮਕਲੀ ਮਹੱਲਾ ਪਹਿਲਾ। ਸਸਾ ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ। ਹਾਹਾ ਰਾਗਮਾਲਾ ਅਤੇ ਕੱਕਾ ਸਿਆਈ ਕੀ ਵਿਧੀ। ਪੁਰਾਤਨ ਬੀੜਾਂ 2 ਕਿਸਮਾਂ। ਸੰਮਤ 1732 ਤੋਂ ਪਹਿਲਾਂ ਲਿਖੀਆਂ ਇਹਨਾਂ ਬੀੜਾਂ ਵਿੱਚ ਅਸਾਂ ਇੱਕ ਸਾਂਝੀ ਤੇ ਖਾਸ ਸਵਾਦਲੀ ਗੱਲ ਇਹ ਵੇਖੀ ਹੈ ਕਿ ਫਾਲਤੂ ਬਾਣੀਆਂ ਲਿਖਣ ਲਈ ਪੁਰਾਣੀਆਂ ਜੁਜਾਂ ਕੱਢ ਕੇ ਨਵੇਂ ਵਾਧੂ ਪੱਤਰੇ ਪਾਏ ਹੋਏ ਹਨ ਅਤੇ ਲਿਖਣ ਵਾਲਾ ਆਦਮੀ ਬੀੜ ਦੇ ਅਸਲ ਲਖਾਰੀ ਨਾਲੋਂ ਵੱਖਰਾ ਹੈ। ਸਰਦਾਰ GB ਸਿੰਘ ਜੀ ਨੇ ਹੋਰ ਬੀੜਾਂ ਦਾ ਵੀ ਜ਼ਿਕਰ ਕੀਤਾ ਹੈ ਜੋ ਸੰਮਤ 1732 ਤੋਂ ਪਿੱਛੋਂ ਲਿਖੀਆਂ ਗਈਆਂ ਹਨ, ਜਿਵੇਂ ਕਿ ਨੰਬਰ 1 ਵਾਸੂ ਦੀ ਬੀੜ ਜੋ ਹਾੜ ਸੁਦੀ ਦਾਸ ਸੰਮਤ 1886 ਨੂੰ ਲਿਖੀ ਗਈ। ਨੰਬਰ 2 ਅਖਨੂਰ ਦੀ ਬੀੜ ਜੋ ਵੈਸਾਖ 15 ਸੰਮਤ 1870 ਵਿੱਚ ਲਿਖੀ ਗਈ। ਨੰਬਰ 3 ਕਾਨਗੜ੍ਹ ਦੀ ਦੂਜੀ ਬੀੜ ਸੰਮਤ 1786 ਵਾਲੀ। ਹੋਰ ਵੀ ਕਈ ਬੀੜਾਂ ਦਾ ਜ਼ਿਕਰ ਹੈ। ਇਹਨਾਂ ਸਭਨਾਂ ਵਿੱਚ ਵੀ ਫਾਲਤੂ ਬਾਣੀਆਂ ਦਰਜ ਹਨ, ਪਰ ਨਾ ਹੀ ਪੁਰਾਣੀਆਂ ਜੁਜਾਂ ਕੱਢ ਕੇ ਨਵੇਂ ਫਾਲਤੂ ਪੱਤਰੇ ਪਾਏ ਗਏ ਹਨ ਅਤੇ ਨਾ ਹੀ ਲਖਾਰੀ ਬਦਲਿਆ ਹੈ। ਅਸੀਂ ਇਹ ਵੀ ਵੇਖ ਲਿਆ ਹੈ ਕਿ 1732 ਤੋਂ ਪਹਿਲਾਂ ਦੀਆਂ ਬੀੜਾਂ ਵਿੱਚ ਫਾਲਤੂ ਬਾਣੀਆਂ ਦਰਜ ਕਰਨ ਲਈ ਇੱਕ ਖਾਸ ਸਿਆਣਪ ਤੋਂ ਕੰਮ ਲਿਆ ਗਿਆ ਹੈ। ਉਹ ਸਿਆਣਪ ਇਹ ਹੈ ਕਿ ਬੀੜ ਦਾ ਅਖੀਰਲਾ ਕੁਝ ਹਿੱਸਾ ਵੀ ਉਸ ਨਵੇਂ ਲਖਾਰੀ ਨੇ ਲਿਖਿਆ ਹੈ ਜਿਸ ਨੇ ਫਾਲਤੂ ਬਾਣੀਆਂ ਲਿਖੀਆਂ ਹਨ, ਤਾਂ ਕਿ ਫਾਲਤੂ ਬਾਣੀਆਂ ਨਵਾਂ ਵਾਧਾ ਨਾ ਜਾਪੇ। ਵੇਖਣ ਪੜ੍ਹਨ ਵਾਲੇ ਨੂੰ ਇਉਂ ਹੀ ਪ੍ਰਤੀਤ ਹੋਵੇ ਕਿ ਅਖੀਰਲੇ ਵਰਕੇ ਖੱਦੇ ਹੋ ਗਏ ਹੋਣਗੇ ਜਾਂ ਪਾਟ ਗਏ ਹੋਣਗੇ। ਇਸ ਵਾਸਤੇ ਨਵੇਂ ਸਿਰੇ ਨਵੇਂ ਵਰਕੇ ਪਾ ਕੇ ਅਖੀਰਲਾ ਉਤਾਰਾ ਕੀਤਾ ਗਿਆ ਹੈ। ਕਿਸੇ ਨੂੰ ਇਹ ਸ਼ੱਕ ਨਾ ਪਵੇ ਕਿ ਫਾਲਤੂ ਬਾਣੀਆਂ ਪਾਉਣ ਵਿੱਚ ਕਿਸੇ ਦੀ ਚਲਾਕੀ ਹੈ। GB ਸਿੰਘ ਜੀ ਵਰਗੇ ਸਿਆਣੇ ਖੋਜੀ ਨੇ ਵੀ ਭਾਈ ਬੰਨੋ ਵਾਲੀ ਬੀੜ ਦੇ ਨਵੇਂ ਵਰਕੇ ਰਾਗ ਕਾਨੜਾ ਤੋਂ ਲੈ ਕੇ ਅਖੀਰ ਤੱਕ ਵੇਖ ਕੇ ਇਹੀ ਟਪਲਾ ਖਾਦਾ। ਤਾਹੀਓਂ ਉਹਨਾਂ ਪੁਸਤਕ ਪ੍ਰਾਚੀਨ ਬੀੜਾਂ ਦੇ ਸਫਾ 140 ਉੱਤੇ ਲਿਖਿਆ ਕਿ ਅਸਲ ਬੀੜ ਦੇ ਛੇਕੜ ਦੇ ਕੁਝ ਵਰਕੇ ਖਸਤਾ ਹੋ ਗਏ ਹੋਣਗੇ ਜਾਂ ਪਾਟ ਗਏ ਹੋਣਗੇ। ਇਸ ਅਦਲਾ ਬਦਲੀ ਦਾ ਜ਼ਿੰਮੇਵਾਰ ਕੌਣ ਹੈ? ਸਰਦਾਰ GB ਸਿੰਘ ਦੀ ਪੁਸਤਕ ਪ੍ਰਾਚੀਨ ਬੀੜਾਂ ਨੂੰ ਪੜ੍ਹ ਕੇ ਅਸਾਂ ਵੇਖਿਆ ਹੈ ਕਿ ਉਹਨਾਂ ਨੂੰ ਕਈ ਪੁਰਾਣੀਆਂ ਹੱਥ ਲਿਖੀਆਂ ਬੀੜਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਵਿੱਚ ਫਾਲਤੂ ਬਾਣੀਆਂ ਦਰਜ ਕੀਤੀਆਂ ਹੋਈਆਂ ਹਨ। ਸਿੱਖ ਪੰਥ ਵਿੱਚ ਇਹ ਗੱਲ ਆਮ ਪ੍ਰਚਲਿਤ ਹੈ ਕਿ ਆਦਿ ਬੀੜ ਤੋਂ ਪਹਿਲਾਂ ਉਤਾਰਾ ਭਾਈ ਬੰਨੋ ਵਾਲੀ ਬੀੜ ਹੈ। ਇਸ ਬੀੜ ਬਾਰੇ ਸਰਦਾਰ GB ਸਿੰਘ ਜੀ ਨੇ ਪ੍ਰਾਚੀਨ ਬੀੜਾਂ ਦੇ ਸਫਾ 140 ਉੱਤੇ ਲਿਖਿਆ ਹੈ, ਕਿਉਂਕਿ ਰਾਗ ਕਾਨੜਾ ਤੋਂ ਲੈ ਕੇ ਇਸ ਵਾਧੂ ਬਾਣੀ ਸਮੇਤ ਰਾਗਮਾਲਾ ਤੇ ਸਿਆਈ ਕੀ ਵਿਧੀ ਇੱਕੋ ਹੱਥ ਦੀ ਲਿਖਤ ਹੈ। ਸਾਨੂੰ ਕਹਿਣਾ ਪਵੇਗਾ ਕਿ ਇਹ ਸਾਰੇ ਵਰਕੇ ਭਾਈ ਬੰਨੋ ਜੀ ਦੇ ਲਖਾਰੀਆਂ ਵਿੱਚੋਂ ਕਿਸੇ ਦੀ ਲਿਖਤ ਨਹੀਂ, ਬਹੁਤ ਚਿਰ ਪਿੱਛੋਂ ਕਿਸੇ ਹੋਰ ਨੇ ਲਿਖ ਕੇ ਪਾਏ ਹਨ। ਉਤਾਰੇ ਭਾਈ ਬੰਨੋ ਦੀ ਬੀੜ ਤੋਂ। ਸਿੱਖ ਕੌਮ ਵਿੱਚ ਇਹ ਗੱਲ ਵੀ ਮੰਨੀ ਪਰਮੰਨੀ ਹੈ, ਕਿਉਂਕਿ ਆਦਿ ਬੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਭਾਦਰੋਂ ਸੁਦੀ ਏਕਮ ਨੂੰ ਹੋ ਗਿਆ ਸੀ।
ਇਸ ਤੋਂ ਹੋਰ ਉਤਾਰੇ ਨਹੀਂ ਹੋ ਸਕਦੇ ਸਨ। ਜੋ ਵੀ ਉਤਾਰੇ ਹੋਏ ਉਹ ਭਾਈ ਬੰਨੋ ਵਾਲੀ ਬੀੜ ਤੋਂ ਹੋਏ। ਜੀਬੀ ਸਿੰਘ ਜੀ ਦੀ ਖੋਜ ਅਨੁਸਾਰ ਭਾਈ ਬੰਨੋ ਤੋਂ ਪਹਿਲਾ ਉਤਾਰਾ ਬਹੁਤ ਪਿੰਡ ਵਾਲੀ ਬੀੜ ਹੈ। ਇਹ ਉਤਾਰਾ 1 ਸਾਲ ਦੇ ਅੰਦਰ ਅੰਦਰ ਹੀ ਹੋ ਗਿਆ ਸੀ ਤੇ ਉਤਾਰਾ ਕਰਨ ਵਾਲਾ ਇੱਕੋ ਲਿਖਾਰੀ ਸੀ। ਜੀਬੀ ਸਿੰਘ ਜੀ ਲਿਖਦੇ ਹਨ ਕਿ ਇਸ ਬੀੜ ਵਿੱਚ ਵੀ ਪਹਿਲਾਂ ਫਾਲਤੂ ਬਾਣੀਆਂ ਨਹੀਂ ਸਨ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਿੱਛੋਂ ਕਿਸੇ ਨੇ 26 ਵਰਕੇ ਨਵੇਂ ਪਾ ਕੇ ਕੁਝ ਅਖੀਰਲੀ ਬਾਣੀ ਤੇ ਫਾਲਤੂ ਬਾਣੀਆਂ ਲਿਖ ਲਈਆਂ। ਗੁੰਝਲ ਜੋ ਵੀ ਉਤਾਰੇ ਹੋਏ ਇਹਨਾਂ ਬੀੜਾਂ ਤੋਂ ਹੀ ਹੋ ਸਕਦੇ ਸਨ ਤੇ ਹੋਏ। ਵਿਚਾਰਨਯੋਗ ਗੁੰਝਲ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਜੋ ਉਤਾਰੇ ਇਹਨਾਂ ਬੀੜਾਂ ਤੋਂ ਹੋਏ ਉਹਨਾਂ ਵਿੱਚ ਫਾਲਤੂ ਬਾਣੀਆਂ ਕਿੱਥੋਂ ਆ ਗਈਆਂ। ਚਾਹੀਦਾ ਇਹ ਸੀ ਕਿ ਉਹਨਾਂ ਸਭਨਾਂ ਬੀੜਾਂ ਵਿੱਚ ਉਤਨੀ ਹੀ ਬਾਣੀ ਹੁੰਦੀ ਜਿਤਨੀ ਆਦ ਬੀੜ ਵਿੱਚ ਹੈ। ਜੇ ਅਸੀਂ ਇਹ ਮਿੱਥ ਲਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਿੱਛੋਂ ਕਿਸੇ ਕਾਰਨ ਭਾਈ ਬੰਨੋ ਜੀ ਦੀ ਸੰਤਾਨ ਵਿੱਚੋਂ ਕਿਸੇ ਸੱਜਣ ਨੇ ਪੁਰਾਣੇ ਵਰਕੇ ਕੱਢ ਕੇ ਤੇ ਨਵੇਂ ਪਾ ਕੇ ਅਦਲਾ ਬਦਲੀ ਕੀਤੀ ਤਾਂ ਅਗਾਂਹ ਸਾਨੂੰ ਸੋਚਣਾ ਪਵੇਗਾ ਕਿ ਪਿੰਡ ਬਹੁਤ, ਪਿੰਡੀ ਲਾਲਾ ਆਦਿਕ ਵਾਲੀਆਂ ਬੀੜਾਂ ਵਿੱਚ ਇਹ ਅਦਲਾ ਬਦਲੀ ਕਿਵੇਂ ਹੋ ਗਈ। ਕਿ ਇਹਨਾਂ ਸਾਰੀਆਂ ਬੀੜਾਂ ਵਾਲੇ ਮਾਂਗੜ ਜਾ ਕੇ ਫਾਲਤੂ ਬਾਣੀਆਂ ਲਿਖ ਲਿਆਏ ਸਨ। ਕਿਉਂ ਲਿਖ ਲਿਆਏ? ਕਿ ਇਹਨਾਂ ਨੂੰ ਸ਼ੱਕ ਪੈ ਗਿਆ ਕਿ ਗੁਰੂ ਅਰਜਨ ਸਾਹਿਬ ਤੋਂ ਇਹ ਬਾਣੀਆਂ ਰਹਿ ਗਈਆਂ ਸਨ। ਜੇ ਇਹ ਸ਼ਰਧਾਲੂ ਸਿੱਖ ਸਨ ਤਾਂ ਇਹ ਸ਼ੱਕ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਹੱਲ ਕਰਾਉਣਾ ਚਾਹੀਦਾ ਸੀ ਕਿ ਮਾਂਗਟ ਵਾਲਿਆਂ ਨੇ ਹੀ ਕੋਈ ਗਸ਼ਤੀ ਚਿੱਠੀ ਭੇਜ ਕੇ ਸਭ ਬੀੜਾਂ ਵਾਲਿਆਂ ਨੂੰ ਫਾਲਤੂ ਬਾਣੀਆਂ ਲਿਖ ਘੱਲੀਆਂ ਹੋਣਗੀਆਂ। ਪਰ ਇਹ ਅਧਿਕਾਰ ਉਹਨਾਂ ਨੂੰ ਕਿੱਥੋਂ ਮਿਲਿਆ? ਇਹਨਾਂ ਦੇ ਆਖੇ ਕਿਸੇ ਨੇ ਕਿਉਂ ਅਦਲੀ ਬਦਲੀ ਕਰਨੀ ਸੀ। ਪਰ ਅਖੀਰਲੇ ਵਰਕੇ ਕੱਢ ਕੇ ਨਵੇਂ ਪਾਣ ਵਿੱਚ ਤਾਂ ਇਹ ਤਬਦੀਲੀ ਕਰਨ ਵਾਲਿਆਂ ਦੀ ਨੀਅਤ ਉੱਤੇ ਸ਼ੱਕ ਪੈਣ ਲੱਗ ਪੈਂਦਾ ਹੈ। ਕਾਤਬ ਉਸ ਸਮੇਂ ਅਜੇ ਛਾਪੇਖਾਨੇ ਨਹੀਂ ਬਣੇ ਸਨ। ਜਿਵੇਂ ਅਜੇ ਵੀ ਉਰਦੂ ਫਾਰਸੀ ਲਿਖਣ ਵਾਲੇ ਕਾਤਬ ਹਨ, ਤਿਵੇਂ ਛਾਪੇਖਾਨੇ ਬਣਨ ਤੋਂ ਪਹਿਲਾਂ ਗੁਰਮੁਖੀ ਵਿੱਚ ਵੀ ਕਾਤਬ ਹੀ ਲਿਖਦੇ ਸਨ। ਇਹ ਹੋ ਸਕਦਾ ਹੈ ਕਿ ਉਰਦੂ ਫਾਰਸੀ ਦੇ ਕਾਤਬਾਂ ਵਾਂਗ ਗੁਰਬਾਣੀ ਦੇ ਕਾਤਬਾਂ ਨੇ ਵੀ ਇਸ ਕੰਮ ਨੂੰ ਆਪਣੀ ਰੋਜੀ ਦਾ ਵਸੀਲਾ ਬਣਾ ਲਿਆ ਹੋਵੇ, ਕਿਉਂਕਿ ਜੋ ਮਨੁੱਖ ਸਾਰਾ ਦਿਨ ਬੈਠਾ ਉਤਾਰੇ ਦਾ ਕੰਮ ਕਰਦਾ ਰਹੇ ਉਸ ਲਈ ਰੋਟੀ ਕਿਤੋਂ ਅਸਮਾਨੋਂ ਨਹੀਂ ਉਤਰ ਪੈਣੀ। ਪਰ ਉਤਾਰਾ ਕਰਨ ਵਾਲੇ ਸਿੱਖ ਆਖਰ ਗੁਰੂ ਪਾਤਸ਼ਾਹ ਦੇ ਨਾਮ ਲੇਵਾ ਵੀ ਸਨ। ਉਹਨਾਂ ਦੀ ਨੀਅਤ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਜਿਸ ਕਿਸੇ ਨੇ ਵੀ ਉਤਾਰਾ ਕੀਤਾ ਉਸ ਨੇ ਆਪਣੀ ਅਸ਼ਰਧਾ ਤੇ ਗੈਰ ਜ਼ਿੰਮੇਵਾਰੀ ਦਾ ਸਬੂਤ ਵੀ ਦੇ ਦਿੱਤਾ ਕਿ ਅਖੀਰ ਤੇ ਜਾ ਕੇ ਆਪਣੀ ਮਰਜ਼ੀ ਵਰਤ ਲਈ। ਦੇਹਰਾਦੂਨ ਵਾਲੀ ਬੀੜ ਪੁਸਤਕ ਪ੍ਰਾਚੀਨ ਬੀੜਾਂ ਦੇ ਪੰਨਾ 167 ਉੱਤੇ ਜੀਬੀ ਸਿੰਘ ਨੇ ਦੇਹਰਾਦੂਨ ਵਾਲੀ ਬੀੜ ਦਾ ਜ਼ਿਕਰ ਕੀਤਾ ਹੈ ਜੋ ਸੰਮਤ 1716 ਵਿੱਚ ਲਿਖੀ ਗਈ ਸੀ। ਇਸ ਬਾਰੇ ਉਹ ਲਿਖਦੇ ਹਨ, ਇਹ ਬੀੜ ਜੋ ਡੇਰਾ ਬਾਬਾ ਰਾਮ ਰਾਏ ਦੇਹਰਾਦੂਨ ਵਿੱਚ ਮੌਜੂਦ ਹੈ ਬੜੇ ਮਹੱਤਵ ਵਾਲੀ ਹੈ। ਮੈਂ ਇਸ ਨੂੰ ਬੂੜੇ ਸੰਧੂ ਵਾਲੀ ਅਤੇ ਮਾਂਗਟ ਦੀ ਬੀੜ ਦੇ ਬਰਾਬਰ ਹੀ ਸੰਧੀ ਬੀੜ ਸਮਝਦਾ ਹਾਂ। ਇਹਨਾਂ ਬੀੜਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਆਦ ਬੀੜ ਕੀ ਸੀ ਅਤੇ ਕੀ ਨਹੀਂ। ਇਹ ਬੀੜ ਗੁਰੂ ਹਰਿਰਾਏ ਸਾਹਿਬ ਜੀ ਨੇ ਬਾਬਾ ਰਾਮ ਰਾਏ ਜੀ ਦੇ ਨਾਲ ਦਿੱਲੀ ਭੇਜਣ ਲਈ ਤਿਆਰ ਕਰਵਾਈ। ਭਾਵੇਂ ਇਹ ਉਤਾਰਾ ਕੀਤਾ ਤਾਂ ਕਿਸੇ ਹੋਰ ਬੀੜ ਤੋਂ ਗਿਆ, ਪਰ ਇਸ ਦਾ ਮੁਕਾਬਲਾ ਪੰਚਮ ਪਾਤਸ਼ਾਹ ਦੀ ਆਦ ਬੀੜ ਨਾਲ ਕੀਤਾ ਗਿਆ, ਜਿਸ ਗੱਲ ਦਾ ਸਬੂਤ ਇਸ ਦੇ ਅੰਦਰ ਹੀ ਮੌਜੂਦ ਹੈ। ਇਸ ਤਰ੍ਹਾਂ ਮੁਕਾਬਲਾ ਕਰਨ ਪਰ ਕੁਝ ਸੁਧਾਈਆਂ ਇਸ ਵਿੱਚ ਉਸ ਵੇਲੇ ਕੀਤੀਆਂ ਗਈਆਂ, ਪਰ ਪਿੱਛੋਂ ਇਹ ਅਣਛੋਹੀ ਰਹੀ। ਨਾਵੇਂ ਮਹੱਲੇ ਦੇ ਸ਼ਬਦ ਵੀ ਨਹੀਂ ਚੜਾਏ ਗਏ। ਰਾਗ ਮਾਰੂ ਦੇ ਅੰਤ ਪਰ ਥੋੜੀ ਜੀ ਥਾਂ ਰਹਿੰਦੀ ਸੀ। ਲਿਖਾਰੀ ਨੇ ਇਸ ਥੋੜੀ ਥਾਂ ਵਿੱਚ ਘੁਸੇੜ ਕੇ ਬਰੀਕ ਅੱਖਰਾਂ ਵਿੱਚ ਮੀਰਾਬਾਈ ਦਾ ਸ਼ਬਦ ਕਿਤੋਂ ਹੋਰ ਬੀੜ ਤੋਂ ਲੈ ਕੇ ਲਿਖਿਆ ਹੈ ਜਾਂ ਕਿਸੇ ਨੇ ਜ਼ਬਾਨੀ ਸੁਣ ਕੇ, ਕਿਉਂ ਜੋ 1-2 ਲਫ਼ਜ਼ਾਂ ਦਾ ਫਰਕ ਹੈ। ਇਹ ਸ਼ਬਦ ਦੇ ਹੇਠਾਂ ਮੁਟੇਰੇ ਅੱਖਰਾਂ ਵਿੱਚ ਲਿਖਿਆ ਹੈ, ਮੀਰਾਬਾਈ ਕਾ ਸ਼ਬਦ ਪੰਜਵੇਂ ਮਹਿਲੇ ਕੇ ਗ੍ਰੰਥ ਨਾਹੀ। ਇੱਕ ਹੋਰ ਸ਼ਬਦ ਹਾਸ਼ੀਏ ਪਰ ਲਿਖਿਆ ਹੈ ਅਤੇ ਨਿਸ਼ਾਨ ਪਾ ਕੇ ਦੱਸਿਆ ਹੈ ਕਿ ਇਹ ਮੀਰਾਬਾਈ ਦੇ ਸ਼ਬਦ ਤੋਂ ਪਹਿਲੇ ਲਿਖਿਆ ਜਾਣਾ ਚਾਹੀਦਾ ਸੀ। ਸ਼ਬਦ ਇਹ ਹੈ, ਮਾਰੂ ਰਵਿਦਾਸ ਜੀ ਸੁਖ ਸਾਗਰ ਸੁਰਤਰ ਚਿੰਤਾਮਣੀ। ਇਹ ਸ਼ਬਦ ਦੇ ਹੇਠਾਂ ਫੇਰ ਲਿਖਿਆ ਹੈ, ਇਹ ਸ਼ਬਦ ਪੰਜਵੇਂ ਮਹੱਲੇ ਕੇ ਗ੍ਰੰਥ ਉੱਪਰੋਂ ਲਿਖਿਆ। ਤਤਕਰੇ 29 ਵਰਕਿਆਂ ਪਰ ਮੁੱਕੇ ਹਨ।
ਤਤਕਰੇ ਤੋਂ ਪਿੱਛੋਂ 2 ਵਰਕਿਆਂਪੁਰ ਗੁਰੂ ਹਰ ਰਾਏ ਸਾਹਿਬ ਅਤੇ ਬਾਬਾ ਰਾਮ ਰਾਏ ਜੀ ਦੇ ਹੱਥ ਦੇ ਲਿਖੇ 2 ਨਿਸ਼ਾਨ ਹਨ। ਗ੍ਰੰਥ ਸਾਹਿਬ 33 ਤੋਂ 651 ਵਰਕਿਆਂਪੁਰ ਹੈ। ਸਾਰੇ ਦਾ ਸਾਰਾ ਗ੍ਰੰਥ ਸਾਹਿਬ ਇੱਕ ਹੀ ਹੱਥ ਦਾ ਲਿਖਿਆ ਹੈ, ਸਾਫ਼ ਤੇ ਸੁਥਰਾ। ਕੋਈ ਫਾਲਤੂ ਜਾਂ ਵਾਧੂ ਬਾਣੀ ਨਹੀਂ ਦਿੱਤੀ ਗਈ। ਇਹ ਉਤਾਰਾ ਸੰਮਤ 1716 ਵਿਸਾਖ ਵਦੀ ਏਕਮ ਨੂੰ ਹੋਇਆ ਸੀ। ਇਸ ਬੀੜ ਵਿੱਚ ਕੋਈ ਉਹ ਵਾਧੂ ਬਾਣੀਆਂ ਨਹੀਂ ਹਨ ਜੋ ਪਿੰਡ ਬਹੁਤ ਵਾਲੀ ਬੀੜ ਜਾਂ ਭਾਈ ਬੰਨੋ ਵਾਲੀ ਬੀੜ ਵਿੱਚ ਲਿਖੀਆਂ ਹੋਈਆਂ ਹਨ। ਇਹੋ ਜਿਹੀਆਂ ਹੋਰ ਵੀ ਸਰਦਾਰ ਜੀਬੀ ਸਿੰਘ ਜੀ ਨੇ 1-2 ਹੋਰ ਬੀੜਾਂ ਵੀ ਦੱਸੀਆਂ ਹਨ, ਜਿਨ੍ਹਾਂ ਵਿੱਚ ਇਹ ਫਾਲਤੂ ਬਾਣੀਆਂ ਦਰਜ ਨਹੀਂ ਹਨ। ਜਿਵੇਂ ਕਿ ਪਿੰਡ ਸਾਰਨਕੇ ਦੀ ਬੀੜ ਜੋ ਸੰਮਤ 1728 ਵਿੱਚ ਲਿਖੀ ਗਈ ਸੀ, ਅਤੇ ਕਾਨਗੜ੍ਹ ਰਿਆਸਤ ਪਟਿਆਲਾ ਦੀ ਬੀੜ ਜੋ ਸੰਮਤ 1718 ਵਿੱਚ ਲਿਖੀ ਗਈ। ਇਹਨਾਂ ਗਵਾਹੀਆਂ ਦਾ ਨਤੀਜਾ ਪੁਸਤਕ ਪ੍ਰਾਚੀਨ ਬੀੜਾਂ ਵਿੱਚੋਂ ਲਈਆਂ ਇਹਨਾਂ ਉੱਪਰਲੀਆਂ ਗਵਾਹੀਆਂ ਤੋਂ ਇਹ ਸਾਬਤ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਸੰਮਤ 1732 ਤੋਂ ਪਹਿਲਾਂ ਜਿਤਨੀਆਂ ਵੀ ਬੀੜਾਂ ਲਿਖੀਆਂ ਗਈਆਂ ਸਨ, ਉਹ ਸਾਰੀਆਂ ਆਦਿ ਬੀੜ ਨਾਲ ਮਿਲਦੀਆਂ ਸਨ। ਕਿਸੇ ਲਿਖਾਰੀ ਦੀ ਅਭੋਲ ਉਕਾਈ ਨਾਲ ਭਾਵੇਂ ਕੋਈ ਨਿੱਕਾ ਮੋਟਾ ਫਰਕ ਪੈ ਗਿਆ ਹੋਵੇ, ਉਂਝ ਜਾਣ ਬੁੱਝ ਕੇ ਕਿਸੇ ਨੇ ਕੋਈ ਅਦਲਾ ਬਦਲੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜੋ ਅਦਲਾ ਬਦਲੀ ਹੋਈਆਂ ਉਹ 1732 ਤੋਂ ਪਿੱਛੋਂ ਹੋਈਆਂ, ਪਰ ਇਹ ਨਹੀਂ ਹੋਇਆ ਕਿ ਤਬਦੀਲੀਆਂ ਸਿਰਫ ਭਾਈ ਬੰਨੋ ਵਾਲੀ ਬੀੜ ਵਿੱਚ ਹੀ ਕੀਤੀਆਂ ਗਈਆਂ। ਅਦਲਾ ਬਦਲੀ ਕਰਾਉਣ ਵਾਲੇ ਸੱਜਣ ਦਾ ਜੇ ਕੋਈ ਖਾਸ ਸਵਾਰਥ ਸੀ ਤਾਂ ਇੱਕ ਇਕੱਲੀ ਬੀੜ ਵਿੱਚ ਕਰਾਇਆ ਉਹ ਸਵਾਰਥ ਸਿਰੇ ਨਹੀਂ ਚੜ੍ਹ ਸਕਦਾ ਸੀ। ਉਸ ਸਮੇਂ ਤੱਕ ਦੇ ਹੋ ਚੁੱਕੇ ਉਤਾਰਿਆਂ ਵਾਲਿਆਂ ਨੂੰ ਕੋਈ ਗਰਜ ਨਹੀਂ ਸੀ ਕਿ ਕਿਸੇ ਅਦਲਾ ਬਦਲੀ ਦੀ ਖਾਤਰ ਉਹ ਨਵੇਂ ਸਿਰੇ ਮਾਂਗੜ ਜਾਂਦੇ। ਸੋ ਜੇ ਕਿਸੇ ਸਵਾਰਥੀ ਨੇ ਇਹ ਫਾਲਤੂ ਬਾਣੀਆਂ ਲਿਖਾਈਆਂ ਤਾਂ ਉਸ ਦਾ ਸਵਾਰਥ ਤਦੋਂ ਹੀ ਪੂਰਾ ਹੋ ਸਕਦਾ ਸੀ ਜੇ ਉਹ ਉਸ ਵਕਤ ਦੀਆਂ ਸਾਰੀਆਂ ਹੀ ਬੀੜਾਂ ਵਿੱਚ ਲਿਖਾ ਸਕੇ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿੱਛੋਂ ਅਜੇ 69 ਸਾਲ ਹੀ ਲੰਘੇ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਕੀਤੇ ਗਏ। ਇਹਨਾਂ 69 ਸਾਲਾਂ ਵਿੱਚ ਅਜੇ ਲਿਖਤੀ ਬੀੜਾਂ ਸੈਂਕੜਿਆਂ ਦੀ ਗਿਣਤੀ ਵਿੱਚ ਨਹੀਂ ਹੋ ਗਈਆਂ ਸਨ ਕਿ ਪਤਾ ਨਾ ਲੱਗ ਸਕੇ ਜੋ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿੱਥੇ ਕਿੱਥੇ ਹੈ। ਥੋੜੀਆਂ ਹੀ ਬੀੜਾਂ ਸਨ ਤੇ ਉਹਨਾਂ ਦਾ ਪਤਾ ਕੱਢਣਾ ਵੀ ਸੌਖਾ ਹੀ ਕੰਮ ਸੀ। ਫਿਰ ਵੀ ਕਿਤੇ ਕਿਤੇ ਕੋਈ ਐਸੀ ਬੀੜ ਰਹਿ ਗਈ ਹੋਵੇਗੀ ਜਿਸ ਦਾ ਪਤਾ ਉਹ ਸਵਾਰਥੀ ਸੱਜਣ ਨੂੰ ਨਾ ਲੱਗ ਸਕਿਆ ਹੋਵੇ। ਇੱਥੇ ਭਾਵੇਂ ਕਿਤਨਾ ਹੀ ਆਖੋ ਕਿ ਜਿਨ੍ਹਾਂ ਸੱਜਣਾ ਪਾਸ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਨ, ਉਹਨਾਂ ਵਾਸਤੇ ਕਾਫੀ ਆਮਦਨੀ ਦਾ ਵਸੀਲਾ ਬਣਿਆ ਹੋਇਆ ਸੀ। ਫਿਰ ਵੀ ਇਹ ਮੰਨਿਆ ਨਹੀਂ ਜਾ ਸਕਦਾ ਕਿ ਉਹਨਾਂ ਜਾਣ ਬੁੱਝ ਕੇ ਇਸ ਸਵਾਰਥੀ ਸੱਜਣ ਨਾਲ ਮਿਲ ਕੇ ਫਾਲਤੂ ਬਾਣੀਆਂ ਪਾਈਆਂ ਹੋਣਗੀਆਂ, ਕਿਉਂਕਿ ਹਰ ਕੋਈ ਇਹ ਸਮਝਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵਾਧਾ ਘਾਟਾ ਕਰਨਾ ਭਾਰੀ ਮਨਮੁਖਤਾ ਦਾ ਕੰਮ ਹੈ, ਗੁਰੂ ਨਾਲ ਧਰੋਹ ਹੈ। ਇਸ ਕੁਰਾਹੇ ਪੈਣੋਂ ਸਿੱਖ ਦਾ ਹਿਰਦਾ ਜ਼ਰੂਰ ਕੰਬ ਜਾਣਾ ਚਾਹੀਦਾ ਹੈ। ਅਦਲਾ ਬਦਲੀ ਕਰਾਉਣ ਵਾਲਾ ਸੱਜਣ ਕੋਈ ਬੜਾ ਹੀ ਹੁਸ਼ਿਆਰ ਬੰਦਾ ਹੋਵੇਗਾ ਤੇ ਉਸ ਨੇ ਆਪਣੇ ਇਸ ਖੋਟ ਵਿੱਚ ਕਾਮਯਾਬ ਹੋਣ ਲਈ ਕਈ ਢੰਗ ਵਰਤੇ ਹੋਣਗੇ। ਪੁਰਾਣੀਆਂ ਜਨਮ ਸਾਖੀਆਂ ਵਿੱਚੋਂ ਖੋਜ ਭਾਲ। ਸੁੱਤੇ ਹੀ ਪਾਠਕ ਦੇ ਮਨ ਵਿੱਚ ਖਿਆਲ ਉੱਠਣਗੇ ਕਿ ਐਸਾ ਕੌਣ ਹੋ ਸਕਦਾ ਹੈ ਜਿਸ ਨੂੰ ਸਿੱਖ ਧਰਮ ਤੇ ਖਾਲਸਾ ਪੰਥ ਵਿੱਚ ਗੜਬੜ ਪਾਉਣ ਲਈ ਇਹ ਦੂਰ ਦੀ ਚਾਲ ਸੁਝੀ। ਬੀੜਾਂ ਦੇ ਅਖੀਰ ਤੇ ਦਰਜ ਕੀਤੀਆਂ ਸਾਰੀਆਂ ਫਾਲਤੂ ਬਾਣੀਆਂ ਗੁਰੂ ਨਾਨਕ ਸਾਹਿਬ ਦੀਆਂ ਦੱਸੀਆਂ ਜਾ ਰਹੀਆਂ ਹਨ। ਸੋ ਇਹ ਲੱਭਣ ਲਈ ਕਿ ਕਿੱਥੋਂ ਕਿਸ ਪੁਸਤਕ ਵਿੱਚੋਂ ਲੈ ਕੇ ਕਦੋਂ ਕਿਸ ਨੇ ਪੁਰਾਤਨ ਹੱਥ ਲਿਖੀਆਂ ਬੀੜਾਂ ਵਿੱਚ ਲਿਖਵਾ ਦਿੱਤੀਆਂ, ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਜਨਮ ਸਾਖੀਆਂ ਵਿੱਚੋਂ ਭਾਲ ਕਰਨੀ ਪਵੇਗੀ। ਸਭ ਤੋਂ ਪੁਰਾਣੀ ਪੁਸਤਕ ਜਿਸ ਵਿੱਚੋਂ ਸਾਨੂੰ ਸਤਿਗੁਰੂ ਜੀ ਦਾ ਜੀਵਨ ਇਤਿਹਾਸ ਮਿਲਦਾ ਹੈ, ਉਹ ਪੁਰਾਤਨ ਜਨਮ ਸਾਖੀ ਨਾਮ ਦੀ ਕਿਤਾਬ ਹੈ। ਇਹ ਜਨਮ ਸਾਖੀ ਸੰਮਤ 1692 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਲਿਖੀ ਗਈ ਸੀ। ਇਸ ਪੁਸਤਕ ਦੀ ਤੀਜੀ ਐਡੀਸ਼ਨ ਦੇ ਪੰਨਾ 134-35 ਉੱਤੇ ਸਾਖੀ ਨੰਬਰ 29 ਦੇ ਪਿੱਛੋਂ ਅੰਤਕਾ ਦਿੱਤਾ ਹੋਇਆ ਹੈ। ਸਾਖੀ ਨੰਬਰ 29 ਦਾ ਸਿਰਲੇਖ ਹੈ ਬਿਸਿਆਰ ਦੇਸ ਝੰਡਾ ਬਾਢੀ ਜੁਗਾਂ ਵਾਲੀ। ਅੰਤਕੇ ਵਿੱਚ ਲਿਖਿਆ ਹੈ, ਤਬ ਬਾਬੇ ਦੀ ਖੁਸ਼ੀ ਹੋਈ, ਤਬ ਝੰਡਾ ਬਾਢੀ ਬਿਸਹਰ ਕੋ ਵਿਦਾ ਕੀਤਾ। ਝੰਡੇ ਬਾਢੀ ਕੀ ਮੰਜੀ ਬਿਸਹਰ ਦੇਸ਼ ਵਿੱਚ ਹੈ। ਕਲਯੁਗ 4735 ਬਰਸ ਵਰਤਿਆ ਹੈ। ਇਸ ਜਨਮ ਸਾਖੀ ਦੇ ਪ੍ਰਕਾਸ਼ਕ ਸੱਜਣ ਜੀ ਨੇ ਥੱਲੇ ਟੂਕ ਵਿੱਚ ਇਉਂ ਲਿਖਿਆ ਹੈ,
ਇਸ ਇਬਾਰਤ ਵਿੱਚੋਂ ਇਸ ਜਨਮ ਸਾਖੀ ਦੇ ਰਚੇ ਜਾਣ ਦਾ ਸੰਮਤ ਮਾਲੂਮ ਹੋ ਜਾਂਦਾ ਹੈ। ਤਰੀਕਾ ਇਸ ਗੱਲ ਦੇ ਲੱਭਣ ਦਾ ਜੋ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਕੱਢਿਆ ਹੈ ਸੋ ਇਉਂ ਹੈ ਕਿ ਉਸ ਵੇਲੇ ਕਲਯੁਗ ਬੀਤਿਆ ਸੀ 4735 ਵਰੇ। ਹੁਣ ਸੰਮਤ ਬਿਕਰਮੀ 1983 ਵਿੱਚ ਕਲਯੁਗ ਬੀਤ ਚੁੱਕਾ ਹੈ 5026 ਵਰੇ। 5026 ਵਰੇ ਹੁਣ ਬੀਤਿਆ ਹੈ। 4735 ਵਰੇ ਤਦੋਂ ਬੀਤਿਆ ਸੀ, ਬਾਕੀ 291। ਭਾਵ ਇਹ ਕਿ 291 ਵਰੇ ਬੀਤ ਗਏ ਹਨ ਕਿ ਜਨਮ ਸਾਖੀ ਲਿਖੀ ਗਈ। ਸੰਮਤ 1983 ਵਿੱਚ 291 ਸਾਲ ਕੱਢਿਆਂ ਪੋਥੀ ਦੇ ਲਿਖੇ ਜਾਣ ਦਾ ਸੰਮਤ 1692 ਬਣਿਆ ਸਨ 1635 ਤੇ ਗੁਰੂ ਹਰਗੋਬਿੰਦ ਸਾਹਿਬ ਸਨ 1606 ਤੋਂ 1644 ਤੱਕ ਗੁਰੂ ਰਹੇ। ਪਰ ਜੇ ਇਸ ਪੁਸਤਕ ਦੇ ਲਿਖੇ ਜਾਣ ਦਾ ਇਹ ਸੰਮਤ ਨਾਮ ਵੀ ਦਿੱਤਾ ਹੋਇਆ ਹੁੰਦਾ ਤਾਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਦੀ ਇਹ ਹੋ ਨਹੀਂ ਸਕਦੀ, ਕਿਉਂਕਿ ਇਸ ਵਿੱਚ ਲਖਾਰੀ ਨੇ ਭੁਲੇਖੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਹੇਠ ਉਹ ਸ਼ਬਦ ਦਿੱਤੇ ਹਨ ਜੋ ਗੁਰੂ ਅਰਜਨ ਸਾਹਿਬ ਦੇ ਹਨ। ਪਰ ਗੁਰੂ ਅਰਜਨ ਸਾਹਿਬ ਤੋਂ ਬਹੁਤ ਪਿੱਛੋਂ ਦੀ ਵੀ ਇਹ ਨਹੀਂ ਕਹੀ ਜਾ ਸਕਦੀ, ਕਿਉਂਕਿ ਇਸ ਦੀ ਬੋਲੀ ਬਹੁਤ ਹੀ ਪੁਰਾਣੀ। ਇਸ ਪੁਰਾਤਨ ਜਨਮ ਸਾਖੀ ਵਿੱਚ ਕਈ ਸ਼ਬਦ ਤੇ ਸ਼ਲੋਕ ਐਸੇ ਦਿੱਤੇ ਹੋਏ ਹਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹਨ। ਇਸ ਵਾਸਤੇ ਉਹ ਸ਼ਲੋਕ ਤੇ ਸ਼ਬਦ ਨਕਲੀ ਹਨ, ਕਿਉਂਕਿ ਸਾਡੀ ਹੁਣ ਤੱਕ ਦੀ ਵਿਚਾਰ ਸਾਨੂੰ ਇਸ ਨਤੀਜੇ ਤੇ ਅਪੜਾ ਚੁੱਕੀ ਹੋਈ ਹੈ ਕਿ ਹਰੇਕ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਆਪ ਲਿਖੀ ਹੋਈ ਸੀ ਤੇ ਆਪਣੇ ਜਾਨਸ਼ੀਨ ਨੂੰ ਗੁਰਿਆਈ ਦੇਣ ਵਾਲੇ ਸੌਂਪ ਦਿੱਤੀ ਸੀ। ਪਰ ਚੀਨ ਬੀੜਾਂ ਵਿੱਚ ਦਰਜ ਵਾਧੂ ਨਕਲੀ ਬਾਣੀ ਨਾਲ ਪੁਰਾਤਨ ਜਨਮ ਸਾਖੀ ਦਾ ਕੀ ਸਬੰਧ ਹੈ, ਇਸ ਬਾਰੇ ਅਸੀਂ ਅਗਾਂਹ ਚੱਲ ਕੇ ਇੱਕ ਲੰਬੀ ਵਿਚਾਰ ਪੇਸ਼ ਕਰਾਂਗੇ। ਹਾਲਾਂ ਅਸੀਂ ਹੋਰ ਜਨਮ ਸਾਖੀਆਂ ਨੂੰ ਵੇਖਦੇ ਹਾਂ, ਪਰ ਜਦੋਂ ਅਸੀਂ ਪੁਰਾਤਨ ਜਨਮ ਸਾਖੀ ਵਿੱਚ ਲਿਖੇ ਨਕਲੀ ਸ਼ਬਦਾਂ ਸ਼ਲੋਕਾਂ ਨੂੰ ਗੌਰ ਨਾਲ ਪੜ੍ਹਦੇ ਹਾਂ ਤਾਂ ਇਹਨਾਂ ਵਿੱਚ ਇੱਕ ਵੀ ਐਸਾ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਵਿੱਚ ਦਿੱਤੇ ਫਾਲਤੂ ਸ਼ਲੋਕਾਂ ਨਾਲ ਮਿਲਦਾ ਹੋਵੇ। ਇੱਥੇ ਅਸੀਂ ਯਕੀਨੀ ਤੌਰ ਤੇ ਇਹ ਨਤੀਜਾ ਕੱਢ ਸਕਦੇ ਹਾਂ ਕਿ ਪ੍ਰਾਚੀਨ ਬੀੜਾਂ ਦੀ ਗੜਬੜ ਵਿੱਚ ਪੁਰਾਤਨ ਜਨਮ ਸਾਖੀ ਦੇ ਲੇਖਕ ਦਾ ਕੋਈ ਹੱਥ ਨਹੀਂ ਸੀ। ਉਹ ਲੇਖਕ ਹੋਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਹੀ ਸੀ। ਇਹਨਾਂ ਨਕਲੀ ਫਾਲਤੂ ਬਾਣੀਆਂ ਦੇ ਘਾੜੇ ਤੇ ਪ੍ਰਚਾਲਕ ਦੀ ਭਾਲ ਸਾਨੂੰ ਕਿਸੇ ਹੋਰ ਥਾਂ ਤੋਂ ਕਰਨੀ ਪਵੇਗੀ। ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਭਾਈ ਮਨੀ ਸਿੰਘ ਜੀ ਨੇ ਵੀ ਲਿਖੀ ਹੈ ਅਤੇ ਵੈਰੋਵਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਬਾ ਸਰੂਪ ਦਾਸ ਜੀ ਨੇ ਵੀ, ਪਰ ਇਹਨਾਂ ਵਿੱਚ ਕੋਈ ਨਕਲੀ ਫਾਲਤੂ ਸ਼ਲੋਕ ਸ਼ਬਦ ਨਹੀਂ ਹਨ। ਸਿੱਖ ਕੌਮ ਵਿੱਚ ਜਿਤਨਾ ਮਸ਼ਹੂਰ ਭਾਈ ਬਾਲੇ ਦਾ ਨਾਮ ਹੈ, ਸ਼ਾਇਦ ਹੀ ਇਤਨਾ ਪ੍ਰਸਿੱਧ ਕੋਈ ਹੋਰ ਸਿੱਖ ਹੋਵੇਗਾ। ਪੜ੍ਹੇ ਅਨਪੜ੍ਹੇ ਸਭ ਲੋਕ ਸਮਝਦੇ ਹਨ ਕਿ ਭਾਈ ਬਾਲਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ, ਤਲਵੰਡੀ ਦਾ ਹੀ ਰਹਿਣ ਵਾਲਾ ਸੀ। ਉਦਾਸੀਆਂ ਸਮੇਂ ਇਹ ਹਰ ਵੇਲੇ ਸਤਿਗੁਰੂ ਜੀ ਦੇ ਨਾਲ ਰਿਹਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਏ ਤੇ ਗੁਰੂ ਅੰਗਦ ਸਾਹਿਬ ਜੀ ਗੁਰੂ ਬਣੇ ਤਾਂ ਉਹਨਾਂ ਨੇ ਭਾਈ ਬਾਲੇ ਨੂੰ ਤਲਵੰਡੀ ਤੋਂ ਸੱਦ ਭੇਜਿਆ। ਉਸ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਜਨਮ ਸਾਖੀ ਲਿਖਵਾਈ, ਜੋ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਨਾਮ ਨਾਲ ਪ੍ਰਸਿੱਧ ਹੈ। ਪੰਜਾਬ ਦੇ ਕਿਸੇ ਵੀ ਪਿੰਡ ਜਾਂ ਨਗਰ ਵਿੱਚ ਜਾਓ, ਜਿੱਥੇ ਕਿਤੇ ਥੋੜਾ ਕੁ ਵੀ ਸਤਸੰਗ ਦਾ ਪਰਚਾ ਹੈ, ਉੱਥੇ ਹੀ ਤੁਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਦੀ ਕਥਾ ਹੁੰਦੀ ਵੇਖੋਗੇ। ਕਿਤਨੀ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦਾ ਇਤਨਾ ਨਿਕਟਵਰਤੀ ਸਿੱਖ ਹੋਵੇ ਤੇ ਭਾਈ ਗੁਰਦਾਸ ਜੀ ਗੁਰੂ ਸਾਹਿਬ ਦੇ ਸਿੱਖਾਂ ਦੇ ਨਾਮ 11ਵੀਂ ਵਾਰ ਵਿੱਚ ਲਿਖਣ ਵਾਲੇ ਭਾਈ ਬਾਲੇ ਦਾ ਨਾਮ ਹੀ ਭੁੱਲ ਗਏ। ਉਹਨਾਂ ਨੇ ਨਵਾਬ ਦੌਲਤ ਖਾਂ ਨੂੰ ਤਾਂ ਸਿੱਖਾਂ ਵਿੱਚ ਸ਼ਾਮਲ ਕਰ ਲਿਆ, ਪਰ ਜਿਹੜਾ ਸਿੱਖ ਛੋਟੀ ਉਮਰ ਤੋਂ ਲੈ ਕੇ ਅਖੀਰ ਦਮ ਤੱਕ ਸਤਿਗੁਰੂ ਜੀ ਦੇ ਨਾਲ ਰਿਹਾ, ਲੰਬੇ ਸਫ਼ਰਾਂ ਦੇ ਕਸ਼ਟ ਵੀ ਸਹਾਰਦਾ ਰਿਹਾ, ਉਸ ਦਾ ਨਾਮ ਸਿੱਖਾਂ ਦੀ ਗਿਣਤੀ ਵਿੱਚ ਨਾ ਰੱਖਿਆ। ਪਹਿਲੀ ਵਾਰ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਸ਼ਾਰੇ ਮਾਤਰ ਇਤਿਹਾਸ ਵੀ ਦਿੱਤਾ ਹੈ। ਜਦੋਂ ਹਜ਼ੂਰ ਤੀਜੀ ਉਦਾਸੀ ਵਿੱਚ ਮੱਕੇ ਮਦੀਨੇ ਬਗਦਾਦ ਵੱਲ ਗਏ ਤਾਂ ਭਾਈ ਸਾਹਿਬ ਜੀ ਨੇ ਲਿਖਿਆ, ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਵੇਖੋ ਅਚਰਜ ਖੇਡ, ਸਿੱਖ ਪੰਥ ਦਾ ਬੱਚਾ ਬੱਚਾ ਇਹ ਪਿਆ ਆਖੇ ਕਿ ਉਦਾਸੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਦੋ ਸਾਥੀ ਸਨ, ਭਾਈ ਬਾਲਾ ਤੇ ਮਰਦਾਨਾ।
ਪਰ ਸਿੱਖ ਕੌਮ ਦੇ ਮਹਾਨ ਉੱਘੇ ਵਿਦਵਾਨ ਭਾਈ ਗੁਰਦਾਸ ਜੀ ਭਾਈ ਬਾਲੇ ਦਾ ਨਾਮ ਤੱਕ ਨਹੀਂ ਲੈਂਦੇ। ਅਸੀਂ ਹੁਣ ਤੱਕ ਇਹ ਮੰਨਦੇ ਚਲੇ ਆ ਰਹੇ ਹਾਂ, ਭਾਈ ਬਾਲੇ ਵਾਲੀ ਜਨਮ ਸਾਖੀ ਸਭ ਤੋਂ ਪੁਰਾਣੀ ਇਤਿਹਾਸਕ ਚੀਜ਼ ਹੈ। ਪਰ ਸਿੱਖ ਕੌਮ ਦੇ ਪ੍ਰਸਿੱਧ ਇਤਿਹਾਸ ਖੋਜੀ ਗੁਰਪ੍ਰਵਾਸੀ ਸਰਦਾਰ ਕਰਮ ਸਿੰਘ ਜੀ ਨੇ ਆਪਣੀ ਪੁਸਤਕ ਕੱਤਕ ਕੇ ਵਿਸਾਖ ਵਿੱਚ ਇਸ ਜਨਮ ਸਾਖੀ ਦੀ ਅਸਲੀਅਤ ਬੜੇ ਸੋਹਣੇ ਸਾਦਾ ਲਫ਼ਜ਼ਾਂ ਵਿੱਚ ਖੋਲ੍ਹ ਕੇ ਵਿਖਾ ਦਿੱਤੀ ਹੈ। ਇਹ ਪੁਸਤਕ ਲਿਖ ਕੇ ਸਰਦਾਰ ਕਰਮ ਸਿੰਘ ਜੀ ਨੇ ਸਿੱਖ ਕੌਮ ਦੀ ਬੜੀ ਵਡਮੁੱਲੀ ਸੇਵਾ ਕੀਤੀ ਹੈ। ਹਰੇਕ ਪੜ੍ਹੇ ਲਿਖੇ ਸਿੱਖ ਨੂੰ ਚਾਹੀਦਾ ਹੈ ਕਿ ਇਸ ਪੁਸਤਕ ਨੂੰ ਪੜ੍ਹੇ ਤੇ ਗੁਰਪ੍ਰਵਾਸੀ ਕਰਮ ਸਿੰਘ ਜੀ ਦੀ ਮਿਹਨਤ ਦੀ ਕਦਰ ਪਛਾਣੇ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਕਈ ਹਵਾਲੇ ਦੇ ਕੇ ਉਹਨਾਂ ਅਖੀਰ ਤੇ ਇਹ ਲਿਖਿਆ ਹੈ। ਇਸ ਹਿਸਾਬ ਨਾਲ ਬਿਨਾਂ ਕਿਸੇ ਵੱਡੀ ਭੁੱਲ ਦੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਨਮ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੇ ਛੇਕੜਲੇ ਸਮੇਂ ਵਿੱਚ ਬਣੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਹਿਲਾਂ ਦੀ ਲਿਖੀ ਹੋਈ ਕਦੇ ਵੀ ਨਹੀਂ ਹੋ ਸਕਦੀ। ਜਿਨ੍ਹਾਂ ਗੱਲਾਂ ਨੇ ਸਰਦਾਰ ਕਰਮ ਸਿੰਘ ਨੂੰ ਇਸ ਜਨਮ ਸਾਖੀ ਬਾਰੇ ਇਹ ਸਿੱਟਾ ਕੱਢਣ ਤੇ ਮਜਬੂਰ ਕੀਤਾ ਹੈ, ਉਹਨਾਂ ਵਿੱਚੋਂ ਕੁਝ ਕੁ ਅਸੀਂ ਪਾਠਕਾਂ ਦੀ ਦਿਲਚਸਪੀ ਵਾਸਤੇ ਇੱਥੇ ਲਿਖਦੇ ਹਾਂ। ਅਸੀਂ ਕੱਤਕ ਕੇ ਵਿਸਾਖ ਦੀ ਦੂਜੀ ਐਡੀਸ਼ਨ ਵਿੱਚੋਂ ਹਵਾਲੇ ਦੇਵਾਂਗੇ, ਜੋ ਸੰਨ 1932 ਵਿੱਚ ਛਪੀ ਤੇ ਜਿਸ ਦੇ 270 ਸਫ਼ੇ ਹਨ। ਨੰਬਰ 1 ਸਫ਼ਾ 197। ਖਾਸ ਸ਼ਹਿਰਾਂ ਜਾਂ ਪਿੰਡਾਂ ਦੇ ਨਾਮ ਖਾਸ ਸਮੇਂ ਬਦਲ ਜਾਇਆ ਕਰਦੇ ਹਨ। ਐਮਨਾਬਾਦ ਨਾਮ ਅਸਲ ਵਿੱਚ ਨਵਾਂ ਹੈ, ਪੁਰਾਣਾ ਨਾਮ ਸੈਦਪੁਰ ਸੀ। ਭਾਵੇਂ ਗੁਰੂ ਜੀ ਦੇ ਵੇਲੇ ਹੀ ਇਸ ਦਾ ਨਾਮ ਐਮਨਾਬਾਦ ਰੱਖਿਆ ਗਿਆ ਸੀ, ਪਰ ਪ੍ਰਚਲਿਤ ਉਦੋਂ ਹੀ ਹੋਇਆ ਜਦੋਂ ਇਹ ਨਾਮ ਦਫ਼ਤਰਾਂ ਵਿੱਚ ਚੜ੍ਹ ਗਿਆ। ਆਇਨ ਅਕਬਰੀ ਦੇ ਤਿਆਰ ਹੋਣ ਤੋਂ ਪਹਿਲਾਂ ਐਮਨਾਬਾਦ ਦਾ ਨਾਮ ਸੈਦਪੁਰ ਹੀ ਮਸ਼ਹੂਰ ਸੀ। ਅਕਬਰ ਦੇ ਵੇਲੇ ਹੋਇਆ ਮੁਹੰਮਦ ਕਾਸਮ ਫਰਿਸ਼ਤਾ ਵੀ ਸੈਦਪੁਰ ਹੀ ਲਿਖਦਾ ਹੈ। ਸੰਮਤ 1691 ਵਿੱਚ ਲਿਖੀ ਪੁਰਾਤਨ ਜਨਮ ਸਾਖੀ ਵਿੱਚ ਵੀ ਸੈਦਪੁਰ ਹੀ ਹੈ, ਪਰ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਜਿੱਥੇ ਕਿਤੇ ਜ਼ਿਕਰ ਆਉਂਦਾ ਹੈ ਐਮਨਾਬਾਦ ਨਾਮ ਲਿਖਿਆ ਹੁੰਦਾ ਹੈ। ਨੰਬਰ 2 ਸਫ਼ਾ 198। ਪੁਰਾਤਨ ਜਨਮ ਸਾਖੀ ਵਿੱਚ ਜਿੱਥੇ ਕਿਤੇ ਭਾਈ ਝੰਡੇ ਜਾਂ ਭਾਈ ਲਾਲੋ ਦਾ ਜ਼ਿਕਰ ਆਇਆ, ਉੱਥੇ ਇਹਨਾਂ ਨਾਲ ਲਫ਼ਜ਼ ਬਾਡੀ ਵੀ ਆਇਆ ਹੈ। ਪੰਜਾਬੀ ਲਫ਼ਜ਼ ਬਾਡੀ ਹੀ ਹੈ। ਤਰਖਾਣ ਬਲੋਚੀ ਲਫ਼ਜ਼ ਦਰਖਾਣ ਤੋਂ ਬਣਿਆ ਹੈ। ਜਦੋਂ ਬਲੋਚ ਲੋਕ ਪੰਜਾਬ ਵਿੱਚ ਆ ਵੜੇ, ਮੁਸਲਮਾਨ ਹੋਣ ਕਰਕੇ ਇਹਨਾਂ ਨੂੰ ਸਰਕਾਰੀ ਅਹੁਦੇ ਵੀ ਮਿਲ ਗਏ। ਇਹਨਾਂ ਦੀ ਰੋਜ਼ ਦੀ ਬੋਲਚਾਲ ਦਾ ਲਫ਼ਜ਼ ਦਰਖਾਣ ਪੰਜਾਬੀ ਵਿੱਚ ਆ ਰਲਿਆ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਆਮ ਤੌਰ ਤੇ ਲਫ਼ਜ਼ ਤਰਖਾਣ ਆਇਆ ਹੈ। ਨੰਬਰ 3 ਸਫ਼ਾ 199। ਪੰਡਤ ਬ੍ਰਹਮਦਾਸ ਕਸ਼ਮੀਰ ਨਾਲ ਹੋਈ ਗੋਸ਼ਟ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਨੇ ਗੁਰੂ ਨਾਨਕ ਸਾਹਿਬ ਵੱਲੋਂ ਹੇਠ ਲਿਖਿਆ ਸ਼ਲੋਕ ਉਚਾਰਿਆ ਦੱਸਿਆ ਹੈ। ਗੁਰ ਮਿਲਿਆ ਮਨ ਰਹਿਸੀਏ ਜਿਉ ਉੱਠੇ ਧਰਨ ਸ਼ਿੰਗਾਰ। ਵੇਖੋ ਸਾਖੀ ਨੰਬਰ 141। ਪਰ ਇਹ ਸ਼ਲੋਕ ਮਲਾਰ ਦੀ ਵਾਰ ਵਿੱਚ ਗੁਰੂ ਅਮਰਦਾਸ ਜੀ ਦਾ ਹੈ। ਨੰਬਰ 4 ਸਫ਼ਾ 201। ਗੁਰੂ ਨਾਨਕ ਸਾਹਿਬ ਜੀ ਜਦ ਮਦੀਨੇ ਜਾਂਦੇ ਹਨ ਤਾਂ ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਕਾਜ਼ੀਆਂ ਨਾਲ ਚਰਚਾ ਕਰਦੇ ਗੁਰੂ ਜੀ ਮਾਰੂ ਰਾਗ ਦਾ ਇਹ ਸ਼ਬਦ ਉਚਾਰਦੇ ਹਨ, ਅੱਲਾ ਆਗਮ ਖੁਦਾਈ ਬੰਦੇ। ਪਰ ਇਹ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ। ਨੰਬਰ 5 ਸਫ਼ਾ 210। ਜਦ ਗੁਰੂ ਨਾਨਕ ਸਾਹਿਬ ਜੀ ਪਹਿਲੀ ਉਦਾਸੀ ਵਿੱਚ ਦੇਵਾਂ ਦੇ ਦੇਸ਼ ਜਾਂਦੇ ਹਨ ਅਤੇ ਦੇਵਲੂਤ ਦੇਵਾਂ ਦਾ ਰਾਜਾ ਗੁਰੂ ਜੀ ਦਾ ਸਿੱਖ ਬਣਦਾ ਹੈ, ਤਾਂ ਦੇਵਲੂਤ ਅਤੇ ਗੁਰੂ ਜੀ ਦੀ ਚਰਚਾ ਵਿੱਚ ਇਉਂ ਲਿਖਿਆ ਮਿਲਦਾ ਹੈ। ਤਾਂ ਗੁਰੂ ਨਾਨਕ ਜੀ ਕਿਹਾ, ਭਾਈ ਦੇਵਲੂਤ, ਤੈਨੂੰ ਅਸਾਂ ਇੱਥੋਂ ਦਾ ਮਸੰਦ ਕੀਤਾ ਹੈ, ਪਰ ਮਸੰਦਾਂ ਦੀ ਰੀਤੀ ਗੁਰੂ ਅਰਜਨ ਸਾਹਿਬ ਨੇ ਤੋਰੀ ਸੀ। ਇਸ ਤੋਂ ਪਹਿਲਾਂ ਲਫ਼ਜ਼ ਮਸੰਦ ਸਿੱਖਾਂ ਵਿੱਚ ਨਹੀਂ ਵਰਤਿਆ ਜਾਂਦਾ ਸੀ। ਨੰਬਰ 6 ਸਫ਼ਾ 110। ਭਾਈ ਬਾਲੇ ਅਨੁਸਾਰ ਫਿਰੰਦੇ ਤੋਂ ਰਬਾਬ ਲਿਆ ਕੇ ਮਰਦਾਨੇ ਨੇ ਗੁਰੂ ਸਾਹਿਬ ਪਾਸੋਂ ਗੁਰਮੁਖੀ ਸਾਜ਼ ਪੁੱਛੇ ਤਾਂ ਸਤਿਗੁਰ ਜੀ ਨੇ ਉੱਤਰ ਦਿੱਤਾ, ਮਰਦਾਨਾ, ਰਬਾਬ ਅਤੇ ਢੱਡ ਗੁਰਮੁਖੀ ਸਾਜ਼ ਹਨ, ਪਰ ਢੱਡ ਗੁਰੂ ਹਰਗੋਬਿੰਦ ਸਾਹਿਬ ਨੇ ਵਾਰਾਂ ਸੁਣਨ ਲਈ ਪ੍ਰਚਲਿਤ ਕਰਾਈ ਸੀ। ਇਸ ਤੋਂ ਪਹਿਲਾਂ ਇਹ ਸਾਜ਼ ਸਿੱਖਾਂ ਵਿੱਚ ਨਹੀਂ ਵਰਤਿਆ ਜਾਂਦਾ ਸੀ। ਨੰਬਰ 7 ਸਫ਼ਾ 215। ਬਾਬਾ ਰਾਮ ਰਾਏ ਜੀ ਤੋਂ ਔਰੰਗਜ਼ੇਬ ਨੇ ਮਿੱਟੀ ਮੁਸਲਮਾਨ ਕੀ ਬਾਰੇ ਪੁੱਛਿਆ ਸੀ, ਪਰ ਮਦੀਨੇ ਦੀ ਸਾਖੀ ਵਿੱਚ ਭਾਈ ਬਾਲਾ ਗੁਰੂ ਨਾਨਕ ਸਾਹਿਬ ਜੀ ਦੇ ਮੂੰਹੋਂ ਮੁਹੰਮਦ ਸਾਹਿਬ ਬਾਰੇ ਇਹ ਲਫ਼ਜ਼ ਅਖਵਾਉਂਦਾ ਹੈ,
ਅਜੇ ਮੁਹੰਮਦ ਵਤ ਜਨਮ ਆਵਣਾ ਹੈ। ਹਿੰਦੂ ਘਰ ਜਨਮ ਲੈ ਸੀ ਸੂਦਰ ਦੇ ਘਰ। ਜੇ ਇਹ ਸਾਖੀ ਤਦੋਂ ਹੈ ਸੀ ਤਾਂ ਔਰੰਗਜ਼ੇਬ ਨੇ ਇਸ ਬਾਰੇ ਕਿਉਂ ਨਾ ਪੁੱਛਿਆ। ਜੇ ਹੈ ਹੀ ਨਹੀਂ ਸੀ, ਗੁਰੂ ਹਰਿਰਾਏ ਸਾਹਿਬ ਤੋਂ ਪਿੱਛੋਂ ਕਿਤੇ ਲਿਖੀ ਗਈ। ਨੰਬਰ 8 ਸਫਾ 217। ਸਾਰੀਆਂ ਸਾਖੀਆਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲੇ ਨੂੰ ਆਖਿਆ, ਇਹ ਗੱਲ ਗੁਰੂ ਨਾਨਕ ਕਰਤਾਰ ਤੇ ਪਾਈ ਹੈ, ਨਹੀਂ ਤਾਂ ਭਾਈ ਬਾਲਾ ਭਲੇ ਮਹਾਂਪੁਰਖ ਸੰਗਤਾਂ ਦੀਆਂ ਕਾਰਾਂ ਭੇਟਾਂ ਦੇਖ ਕੇ ਭੌਂਦਲ ਜਾਂਦੇ ਹਨ, ਸਾਬਤ ਨਹੀਂ ਰਹਿ ਸਕਦੇ। ਲਫ਼ਜ਼ ਕਾਰਾਂ ਭੇਟਾਂ ਮਸੰਦਾਂ ਤੋਂ ਪਹਿਲਾਂ ਨਹੀਂ ਸੀ। ਮਸੰਦ ਭੌਂਦਲੇ ਸਨ ਤੇ ਦਸ਼ਮ ਪਾਤਸ਼ਾਹ ਜੀ ਨੇ ਦੋਸ਼ੀਆਂ ਨੂੰ ਤਾੜਨਾ ਕੀਤੀ ਸੀ। 1750 ਤੋਂ ਪਿੱਛੋਂ ਦੀ ਗੱਲ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਸਲ ਲਿਖਾਰੀ। ਟਪਲਿਆਂ ਦੀ ਸੰਭਾਵਨਾ। ਗੁਰੂ ਨਾਨਕ ਸਾਹਿਬ ਜੀ ਸੰਮਤ 1586 ਵਿੱਚ ਜੋਤੀ ਜੋਤ ਸਮਾਏ ਸਨ। ਇਸ ਜਨਮ ਸਾਖੀ ਦਾ ਕਰਤਾ ਇਹ ਜ਼ਾਹਰ ਕਰਦਾ ਹੈ ਕਿ ਗੁਰੂ ਅੰਗਦ ਸਾਹਿਬ ਨੇ ਗੁਰੂ ਬਣਦਿਆਂ ਸਾਰ ਹੀ ਤਲਵੰਡੀ ਤੋਂ ਭਾਈ ਬਾਲੇ ਨੂੰ ਸਦਵਾ ਕੇ ਇਹ ਜਨਮ ਸਾਖੀ ਲਿਖਵਾਉਣੀ ਸ਼ੁਰੂ ਕਰ ਦਿੱਤੀ ਸੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਗਵਾਹੀ ਨੇ ਇਹ ਸਾਬਤ ਕੀਤਾ ਹੈ ਕਿ ਇਹ ਕਿਤਾਬ ਸੰਮਤ 1750 ਤੋਂ ਪਿੱਛੋਂ ਲਿਖੀ ਗਈ ਸੀ। ਅਸਲ ਸਮੇਂ ਨਾਲੋਂ 150 ਸਾਲ ਤੋਂ ਵਧੇਕ ਪੁਰਾਣੀ ਸਾਬਤ ਕਰਨ ਦੇ ਯਤਨ ਕੀਤੇ ਗਏ ਹਨ। ਇਹ ਜਨਮ ਸਾਖੀ ਲਿਖਣ ਵਾਲੇ ਜਾਂ ਲਿਖਣ ਵਾਲਿਆਂ ਦੇ ਮਨ ਵਿੱਚ ਕੋਈ ਨਾ ਕੋਈ ਵਲ ਫਰੇਬ ਤਾਂ ਜ਼ਰੂਰ ਸਨ। ਜੇ ਕੋਈ ਟਪਲੇ ਵਾਲੀ ਗੱਲ ਸੀ ਤਾਂ ਇਹ ਟਪਲੇ ਸਿੱਖ ਕੌਮ ਨੂੰ ਹੀ ਲਾਏ ਜਾਣ ਦੀ ਕੋਸ਼ਿਸ਼ ਸੀ। ਗੁਰੂ ਨਾਨਕ ਸਾਹਿਬ ਜੀ ਦੀ ਜਨਮ ਥਿਤ। ਸਰਦਾਰ ਕਰਮ ਸਿੰਘ ਜੀ ਨੇ ਪੁਸਤਕ ਕੱਤਕ ਕੇ ਵਿਸਾਖ ਵਿੱਚ ਇਸ ਜਨਮ ਸਾਖੀ ਦੇ ਲਾਏ ਟਪਲੇ ਦਾ ਜ਼ਿਕਰ ਸਾਫ਼ ਕਰ ਦਿੱਤਾ ਹੈ। ਉਹ ਲਿਖਦੇ ਹਨ ਕਿ ਸਭ ਪੁਰਾਣੀਆਂ ਜਨਮ ਸਾਖੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਥਿਤ ਵਿਸਾਖ ਸੁਦੀ 3 ਲਿਖੀ ਹੈ, ਪਰ ਭਾਈ ਬਾਲੇ ਵਾਲੀ ਜਨਮ ਸਾਖੀ ਨੇ ਕੋਈ ਗਵਾਹੀ ਪੇਸ਼ ਕਰਨ ਤੋਂ ਬਿਨਾਂ ਹੀ ਕੱਤਕ ਪੂਰਨਮਾਸ਼ੀ ਥਿਤ ਦੱਸੀ ਹੈ। ਇਸ ਦਾ ਅਸਰ ਹੋਰ ਕੋਈ ਨਾ ਸਹੀ ਇਹ ਤਾਂ ਹੈ ਹੀ ਨਾ ਕਿ ਸਤਿਗੁਰੂ ਜੀ ਦੇ ਜਨਮ ਪੁਰਬ ਬਾਰੇ ਹੁਣ ਤੱਕ ਗੜਬੜ ਤੁਰੀ ਆ ਰਹੀ ਹੈ। ਪੁਰਾਤਨ ਜਨਮ ਸਾਖੀਆਂ ਵਿਸਾਖ ਸੁਦੀ 3 ਲਿਖਦੀਆਂ ਹਨ ਤੇ ਅਸੀਂ ਕੱਤਕ ਪੂਰਨਮਾਸ਼ੀ ਮਨਾਉਂਦੇ ਆ ਰਹੇ ਹਾਂ। ਬਾਬਾ ਹੰਦਾਲ ਬਾਰੇ। ਕਰਮ ਸਿੰਘ ਜੀ ਨੇ ਇਸ ਜਨਮ ਸਾਖੀ ਵਿੱਚੋਂ ਸੱਚਖੰਡ ਪਿਆਨੇ ਦੀ ਸਾਖੀ, ਪਹਿਲਾਦ ਦੀ ਸਾਖੀ, ਧਰੂਪ ਭਗਤ ਦੀ ਗੋਸ਼ਟ ਦੀ ਸਾਖੀ ਅਤੇ ਕੰਧਾਰ ਦੀ ਸਾਖੀ ਵਿੱਚੋਂ ਹਵਾਲੇ ਦੇ ਕੇ ਦੱਸਿਆ ਹੈ ਕਿ ਇਹਨਾਂ ਸਾਖੀਆਂ ਦੀ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੂੰ ਨੀਵਾਂ ਅਤੇ ਬਾਬਾ ਹੰਦਾਲ ਜੀ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਥੋਂ ਤੀਕ ਬਾਬਾ ਹੰਦਾਲ ਨੂੰ ਵਧਾਇਆ ਹੈ ਕਿ ਪਰਮੇਸ਼ਰ ਦੇ ਦਰਬਾਰ ਹੀ ਪਹੁੰਚਾ ਦਿੱਤਾ। ਆਪਣੀ ਪੁਸਤਕ ਦੇ ਪੰਨਾ 238 ਉੱਤੇ ਆਪ ਲਿਖਦੇ ਹਨ, ਇਹ ਦੱਸਣ ਦੀ ਲੋੜ ਨਹੀਂ ਸੀ ਕਿ ਜੋ ਗੱਲਾਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਹਨ ਉਹ ਬਾਬਾ ਹੰਦਾਲ ਦੀ ਪਰਚੀ ਵਿੱਚ ਹਨ। ਇਸ ਕਰਕੇ ਭਾਈ ਬਾਲੇ ਵਾਲੀ ਜਨਮ ਸਾਖੀ ਲਿਖਣ ਵਾਲਾ ਬਿਨਾਂ ਨਰੰਜਨੀਆਂ ਤੋਂ ਹੋਰ ਕੋਈ ਨਹੀਂ ਹੋ ਸਕਦਾ। ਪਰ 2 ਗੱਲਾਂ ਧਿਆਨਯੋਗ ਹਨ। ਇੱਕ ਤਾਂ ਕਬੀਰ ਜੀ ਨੂੰ ਗੁਰੂ ਜੀ ਤੋਂ ਵੱਡਾ ਮੰਨਣਾ ਅਤੇ ਦੂਜੇ ਹੰਦਾਲ ਦਾ ਤ੍ਰੇਤੇ ਵਿੱਚ ਵੀ ਗੁਰੂ ਜੀ ਦਾ ਗੁਰ ਭਾਈ ਹੋਣਾ। ਕਈ ਸੱਜਣ ਖਿਆਲ ਕਰਦੇ ਹਨ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਜੋ ਕਬੀਰ ਜੀ ਦੀ ਬਹੁਤ ਉਸਤਤ ਕੀਤੀ ਹੋਈ ਹੈ, ਇਸ ਲਈ ਇਹ ਕਿਸੇ ਕਬੀਰ ਪੰਥੀਏ ਦੀ ਚਲਾਕੀ ਹੈ, ਪਰ ਅਸਲ ਵਿੱਚ ਇਉਂ ਨਹੀਂ ਹੈ। ਨਰੰਜਨੀਆਂ ਦੀ ਹੀ ਜਨਮ ਸਾਖੀ ਵਿੱਚ ਇਹ ਸਪਸ਼ਟ ਤਰੀਕੇ ਨਾਲ ਮੰਨਿਆ ਹੋਇਆ ਹੈ ਕਿ ਕਬੀਰ ਸਾਰਿਆਂ ਭਗਤਾਂ ਨਾਲੋਂ ਵੱਡਾ ਸੀ ਬਿਨਾਂ ਬਾਬਾ ਹੰਦਾਲ ਦੇ। ਇਸ ਲਈ ਇਹ ਸ਼ੱਕ ਕਰਨਾ ਕਿ ਇਸ ਜਨਮ ਸਾਖੀ ਵਿੱਚ ਕਬੀਰ ਪੰਥੀਆਂ ਦਾ ਹੱਥ ਹੈ, ਮੂਲੋਂ ਹੀ ਬੋਧਾ ਖਿਆਲ ਹੈ। ਦੂਜੀ ਗੱਲ ਇਸ ਤੋਂ ਵੀ ਵੱਧ ਕੇ ਅਚਰਜ ਵਾਲੀ ਹੈ। ਜਨਮ ਸਾਖੀ ਵਿੱਚ ਤਾਂ ਇਉਂ ਲਿਖਿਆ ਹੈ ਕਿ ਤ੍ਰੇਤੇ ਯੁੱਗ ਵਿੱਚ ਗੁਰੂ ਜੀ ਰਾਜਾ ਜਨਕ ਦੇ ਸੇਵਕ ਸਨ, ਮੂਰਤੀ ਪੂਜਦੇ ਤੇ ਝੂਠ ਬੋਲਦੇ ਸਨ। ਪਰ ਇਸ ਪਰਚੀ ਵਿੱਚ ਲਿਖਿਆ ਹੈ ਕਿ ਤ੍ਰੇਤੇ ਵਿੱਚ ਗੁਰੂ ਜੀ ਅਤੇ ਹੰਦਾਲ ਗੁਰ ਭਾਈ ਸਨ ਅਤੇ ਦੋਵੇਂ ਰਾਜਾ ਜਨਕ ਦੇ ਮਸੰਦ ਸੇ। ਇਸ ਤੋਂ ਸਿੱਧ ਹੁੰਦਾ ਹੈ ਕਿ ਪਰਚੀ ਲਿਖਣ ਵਾਲੇ ਤਾਂ ਅਜੇ ਕੁਝ ਲਿਹਾਜ਼ ਕੀਤਾ ਹੈ, ਪਰ ਜਨਮ ਸਾਖੀ ਲਿਖਣ ਵਾਲੇ ਨੇ ਦੋਵੇਂ ਗੁੱਠਾਂ ਮੇਲ ਦਿੱਤੀਆਂ ਹਨ। ਇੱਕ ਨੂੰ ਅਸਮਾਨੇ ਚੜ੍ਹਾ ਦਿੱਤਾ ਹੈ ਅਤੇ ਇੱਕ ਨੂੰ ਆਪਣੇ ਨੀਚ ਖਿਆਲ ਅਨੁਸਾਰ ਪਤਾਲ ਪਹੁੰਚਾ ਦਿੱਤਾ ਹੈ। ਇੱਧਰ ਕਿਉਂ ਪਰਤੇ? ਅਸੀਂ ਇਹ ਭਾਲ ਕਰ ਰਹੇ ਹਾਂ ਕਿ ਪ੍ਰਾਚੀਨ ਲਿਖਤੀ ਬੀੜਾਂ ਦੇ ਅਖੀਰ ਵਿੱਚ ਜੋ ਫਾਲਤੂ ਬਾਣੀਆਂ ਦਰਜ ਹਨ
ਉਹ ਕਿੱਥੋਂ ਲਈਆਂ ਗਈਆਂ ਸਨ ਤੇ ਉਹਨਾਂ ਨੂੰ ਬੀੜਾਂ ਵਿੱਚ ਲਿਆਉਣ ਵਾਲਾ ਕੌਣ ਹੋ ਸਕਦਾ ਸੀ। ਇਹ ਭਾਲ ਕਰਦਿਆਂ ਅਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਆਪ ਪੜ੍ਹੇ ਸਾਂ, ਜਿਸ ਬਾਰੇ ਅਸਾਂ ਵੇਖ ਲਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ 20-25 ਸਾਲ ਪਿੱਛੋਂ ਲਿਖੀ ਗਈ ਸੀ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਥਿੱਤ ਹੋਰ ਦੀ ਹੋਰ ਲਿਖੀ ਹੋਈ ਅਤੇ ਇਸ ਵਿੱਚ ਸਤਿਗੁਰੂ ਪਾਤਸ਼ਾਹ ਦੀ ਰੱਜ ਕੇ ਨਰਾਦਰੀ ਕੀਤੀ ਹੈ। ਨਰੰਜਨੀਆਂ ਦੇ ਗੁਰੂ ਬਾਬਾ ਹੰਦਾਲ ਜੀ ਨੂੰ ਇਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਬਹੁਤ ਉੱਚਾ ਦੱਸਿਆ ਹੈ। ਸਰਦਾਰ ਕਰਮ ਸਿੰਘ ਜੀ ਯਕੀਨੀ ਤੌਰ ਤੇ ਇਸ ਸਿੱਟੇ ਉੱਤੇ ਅਪੜੇ ਹਨ ਕਿ ਇਹ ਜਨਮ ਸਾਖੀ ਨਰੰਜਨੀਆਂ ਨੇ ਲਿਖਾਈ ਸੀ, ਪਰ ਸਿੱਖ ਕੌਮ ਨੂੰ ਟਪਲੇ ਲਾਉਣ ਲਈ ਇਹ ਦੱਸਿਆ ਗਿਆ ਕਿ ਇਹ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਭਾਈ ਬਾਲਾ ਜੀ ਨੇ ਲਿਖਾਈ ਸੀ। ਘੁੰਡੀ ਖੁੱਲ ਗਈ। ਪਾਠਕ ਸੱਜਣ ਇਹ ਪੜ੍ਹ ਕੇ ਹੈਰਾਨ ਹੋ ਜਾਣਗੇ ਕਿ ਪ੍ਰਾਚੀਨ ਲਿਖਤੀ ਬੀੜਾਂ ਵਿੱਚ ਅਦਲਾ ਬਦਲੀ ਕਰਨ ਦੀ ਜ਼ਿੰਮੇਵਾਰੀ ਵੀ ਇਸੇ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਸਿਰ ਹੈ। ਪਾਠਕਾਂ ਨੂੰ ਚੇਤਾ ਹੋਵੇਗਾ ਕਿ ਮੁਦਾਵਣੀ ਤੋਂ ਪਿੱਛੋਂ ਪਾਈਆਂ ਬਾਣੀਆਂ ਵਿੱਚ ਸਭ ਤੋਂ ਪਹਿਲੀ ਹੈ ਸ਼ਲੋਕ ਮਹੱਲਾ ਪਹਿਲਾ, ਜੇਤਦਾਰ ਲੱਖ ਮੁਹੰਮਦਾ। ਇਸੇ ਹੀ ਸਰਲੇਖ ਨੂੰ ਪਿੰਡੀ ਲਾਲਾ ਜ਼ਿਲ੍ਹਾ ਗੁਜਰਾਤ ਵਾਲੀ ਬੀੜ ਵਿੱਚ ਇਉਂ ਲਿਖਿਆ ਹੋਇਆ ਹੈ, ਸ਼ਲੋਕ ਤਥਾ ਗੋਸ਼ਟ ਮਲਾਰ ਨਾਲ ਹੋਈ। ਇਸ ਤੋਂ ਅਗਲੀ ਫਾਲਤੂ ਬਾਣੀ ਦਾ ਸਿਰਲੇਖ ਹੈ ਸ਼ਲੋਕ ਮਹੱਲਾ ਪਹਿਲਾ, ਬਾਏ ਆਤਸ਼ ਆਬ। ਇਸ ਸੰਗ੍ਰਹਿ ਦੇ 16 ਸ਼ਲੋਕ ਹਨ। ਦੂਜਾ ਸ਼ਲੋਕ ਇਉਂ ਹੈ, ਵੀਰ ਸਲਾਮਾ ਲੇਖ, ਬਰਾਏ ਖੁਦਾਏ ਸੱਚ ਚੌ, ਦਰਗਾ ਕਿਤਨੇ ਸ਼ੇਖ, ਜੇਹਾ ਬੀਜੇ ਲੁਣੇ ਸੋ, ਹੁਕਮੀ ਮਿਲੇ ਸੋ ਖਾਏ, ਨਾਨਕ ਸੱਚੇ ਨਾਮ ਬਿਨ ਬੰਦਾ ਦੁੱਖ ਸਹਾਏ। ਆਓ ਹੁਣ ਭਾਈ ਬਾਲੇ ਵਾਲੀ ਜਨਮ ਸਾਖੀ ਦੀ ਸਾਖੀ ਨੰਬਰ 125 ਪੜੋ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਦਾਸੀ ਚੌਥੀ ਚਲੀ, ਆਗੇ ਸਾਖੀ ਵੀਰਾਂ ਨੌ ਮਲਾਰ ਨਾਲ। ਇੱਕ ਦਿਨ ਸ੍ਰੀ ਗੁਰੂ ਜੀ ਜਾਂਦੇ ਜਾਂਦੇ ਧਨਾਸਰੀ ਦੇਸੋਂ ਅੱਗੋਂ ਕੋ ਚਲਤੇ ਪਏ, ਪਰ ਇੱਕ ਮੰਜੀ ਸ੍ਰੀ ਗੁਰੂ ਨਾਨਕ ਜੀ ਬਣਾਈ ਹੈ। ਤਾਂ ਗੁਰੂ ਨਾਨਕ ਜੀ ਅਤੇ ਮਰਦਾਨਾ ਰਬਾਬੀ ਅਤੇ ਸੀਹੋਂ ਔਰ ਕੀਹੋਂ ਇਹ ਚਾਰੋਂ ਬੈਠੇ ਹੋਏ ਸਨ। ਤਾਂ ਸ੍ਰੀ ਗੁਰੂ ਨਾਨਕ ਜੀ ਦੀ ਸਮਾਧੀ ਲੱਗ ਗਈ। ਜਦ ਸ੍ਰੀ ਗੁਰੂ ਜੀ ਸਾਵਧਾਨ ਹੋਏ ਤਾਂ ਸਿੱਖਾਂ ਅਰਦਾਸ ਕੀਤੀ, ਹੈ ਸੱਚੇ ਪਾਤਸ਼ਾਹ, ਤੁਹਾਡਾ ਧਿਆਨ ਕਿੱਧਰ ਗਿਆ ਹੈ? ਤਾਂ ਸ੍ਰੀ ਗੁਰੂ ਨਾਨਕ ਜੀ ਕਿਹਾ, ਹੈ ਮਰਦਾਨਾ, ਸਾਡਾ ਮਨ ਉੱਠ ਖੜਾ ਹੋਇਆ ਹੈ। ਤਾਂ ਫਿਰ ਮਰਦਾਨੇ ਆਖਿਆ, ਜੀ ਸੱਚੇ ਪਾਤਸ਼ਾਹ ਕਿੱਧਰ ਜਾਵੋਗੇ? ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ, ਮਰਦਾਨਾ ਵੀਰਾਂ ਨਾਉ ਮਲਾਰ ਹੈ, ਅਗਲੇ ਗਰਾਉਂ ਵਿੱਚ ਰਹਿੰਦਾ ਹੈ, ਉਸ ਨੂੰ ਮਿਲ ਕਰ ਖੇਲਾਂਗੇ। ਤਾਂ ਸ੍ਰੀ ਗੁਰੂ ਜੀ ਅਤੇ ਮਰਦਾਨਾ ਚੱਲਦੇ ਚੱਲਦੇ ਉੱਥੇ ਜਾਏ ਪਹੁੰਚੇ ਜਿੱਥੇ ਵੀਰਾਂ ਰਹਿੰਦਾ ਸੀ। ਤਾਂ ਉੱਥੇ ਮਰਦਾਨਾ ਜਾਏ ਪੁੱਛਿਆ, ਭਾਈ ਵੀਰਾਂ ਮਲਾਰ ਕਿੱਥੇ ਰਹਿੰਦਾ ਹੈ? ਤਾਂ ਉਹਨਾਂ ਲੋਕਾਂ ਆਖਿਆ, ਭਾਈ ਉਹ ਵਾੜੀ ਵੀਰਾਂ ਮਲਾਰ ਦੀ ਹੈ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਥਾਈਂ ਜਾਏ ਪਹੁੰਚੇ ਜਿੱਥੇ ਵੀਰਾਂ ਬੈਠਾ ਸੀ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਾਏ ਕਹਿਆ, ਹੇ ਵੀਰਾਂ, ਅਲੇਖ ਕੋ ਸਲਾਮ ਹੈ। ਤਾਂ ਅੱਗੋਂ ਵੀਰਾ ਮਲਾਰ ਨੇ ਮੱਥਾ ਟੇਕਿਆ। ਤਾਂ ਵੀਰਾਂ ਨੇ ਪੁੱਛਿਆ, ਜੀ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਅਤੇ ਅਸਾਂ ਨਾਲ ਕੀ ਕੰਮ ਹੈ? ਤਾਂ ਸ੍ਰੀ ਗੁਰੂ ਬਾਬੇ ਕਹਿਆ, ਭਾਈ ਅਸਾਂ ਦੋਵੇਂ ਸੁਖਨ ਦਰਗਾਹ ਸੱਚੀ ਦੇ ਦਰਬਾਰ ਤੁਸਾਂ ਪਾਸੋਂ ਪੁੱਛਨੇ ਹਾਂ। ਤਾਂ ਵੀਰੇ ਆਖਿਆ, ਭਾਈ ਤੁਸੀਂ ਇਹਨਾਂ ਨੂੰ ਪੁੱਛੋ ਜੋ ਕੌਣ ਲੋਕ ਹਨ ਅਤੇ ਅਸਾਂ ਪਾਸੋਂ ਕੀ ਪੁੱਛਦੇ ਆਏ। ਅਤੇ ਭਾਈ ਸਾਈਂ ਲੋਕੋ, ਅਸੀਂ ਤਾਂ ਗਰੀਬ ਅਰਾਈ ਆਏ, ਅਸੀਂ ਕੀ ਜਾਣਦੇ ਹਾਂ ਦਰਗਾਹ ਦੀ ਕੀ ਖਬਰ ਹੈ? ਤਾਂ ਗੁਰੂ ਨਾਨਕ ਜੀ ਆਖਿਆ, ਭਾਈ ਸਾਹਿਬ ਦੇ ਪਿਆਰੇ, ਤੁਸਾਂ ਨੂੰ ਸਭ ਕੁਝ ਮਾਲੂਮ ਹੈ ਜੀ, ਤੁਸਾਂ ਥੀ ਗੁੱਜਾ ਕੁਛ ਨਹੀਂ। ਤਾਂ ਮਰਦਾਨੇ ਆਖਿਆ, ਸਾਹਿਬ ਦੇ ਪਿਆਰੇ, ਇਹ ਨਾਨਕ ਨਿਰੰਕਾਰੀ ਹੈ, ਜਿਉਂ ਤਿਉਂ ਆਖ। ਤਾਂ ਮਲਾਰ ਨੇ ਆਖਿਆ, ਸਾਡੇ ਵੱਡੇ ਭਾਗ ਹੋਏ ਹਨ ਜੋ ਅਸਾਂ ਨੂੰ ਦੀਦਾਰ ਹੋਇਆ ਹੈ। ਅਤੇ ਮਲਾਰ ਬੋਲਿਆ, ਸਾਨੂੰ ਇਹ ਦੱਸੋ ਜੀ, ਜੋ ਪਾਕ ਖੁਦਾਏ ਕੈਸਾ ਹੈ ਤੇ ਕਿੱਥੇ ਰਹਿੰਦਾ ਹੈ? ਅਤੇ ਜੋ ਮੁਸਲਮਾਨ ਹੈ ਸੋ ਆਖਦੇ ਹਨ ਕਿ ਮੁਹੰਮਦ ਖੁਦਾਏ ਦਾ ਨਜ਼ਦੀਕੀ ਹੈ, ਅਤੇ ਹਿੰਦੂ ਆਖਦੇ ਹਨ ਬ੍ਰਹਮਾ ਵਿਸ਼ਨ ਮਹੇਸ਼ ਨਿਰੰਕਾਰ ਦੀ ਸੂਰਤ ਹਨ। ਹਿੱਕੇ ਰਾਮ ਕ੍ਰਿਸ਼ਨ ਜੀ ਖੁਦਾਏ ਹੋਏ ਹਨ। ਸੋ ਗਰੀਬ ਨਿਵਾਜ ਜੀ, ਆਪ ਮਿਹਰਬਾਨੀ ਕਰੋ, ਮੇਰੇ ਤਾਈਂ ਦੱਸੋ, ਇਹ ਖੁਦਾਏ ਹਨ ਕਿ ਕੋਈ ਹੋਰ ਖੁਦਾਏ ਹਨ? ਤਾਂ ਸ੍ਰੀ ਗੁਰੂ ਨਾਨਕ ਜੀ ਸ਼ਲੋਕ ਆਖਿਆ। ਸ਼ਲੋਕ ਮਹੱਲਾ ਪਹਿਲਾ, ਜੇਤਦਾਰ ਲੱਖ ਮੁਹੰਮਦਾ, ਲੱਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀਐ, ਲੱਖ ਰਾਹੀ ਲੱਖ ਵੇਸ, ਲੱਖ ਲੱਖ ਓਥੇ ਜਤੀ ਹੈ,
ਸਤੀਆਂ ਕੇ ਸੰਨਿਆਸ, ਲੱਖ ਲੱਖ ਉਥੇ ਗੋਰਖਾਂ, ਲੱਖ ਲੱਖ ਨਾਥਾ ਨਾਥ, ਲੱਖ ਲੱਖ ਉਥੇ ਆਸਣਾ, ਗੁਰ ਚੇਲੇ ਰਹਿਰਾਸ, ਲੱਖ ਲੱਖ ਦੇਵੀ ਦੇਵਤੇ, ਦਾਨੂ ਲੱਖ ਨਿਵਾਸ, ਲੱਖ ਪੀਰ ਪੈਗੰਬਰ ਔਲੀਏ, ਲੱਖ ਕਾਜੀ ਮੁੱਲਾ ਸ਼ੇਖ, ਕਿਸੇ ਸ਼ਾਂਤ ਨ ਆਈਆ, ਬਿਨ ਸਤਿਗੁਰ ਕੇ ਉਪਦੇਸ਼, ਸਾਧਕ ਸਿੱਧ ਅਗਣਤ ਹੈ, ਕੇਤੇ ਲੱਖ ਅਪਾਰ, ਏਤੜਿਆਂ ਅਪਵਿੱਤਰ ਬਿਨ, ਗੁਰ ਕੇ ਸ਼ਬਦ ਵਿਚਾਰ, ਸਿਰ ਨਾਥਾਂ ਕੇ ਇਕ ਨਾਥ, ਸਤ ਨਾਮ ਕਰਤਾਰ, ਨਾਨਕ ਤਾਕੀ ਕੀਮਤ ਨਾ ਭਵੇ, ਬੇਅੰਤ ਬੇਸ਼ੁਮਾਰ। ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ, ਭਾਈ ਮਲਾਰ ਜੀ, ਉਹ ਜੋ ਕਰਤਾਰ ਨਿਰੰਕਾਰ ਹੈ, ਉਸ ਦੀ ਕੀਮਤ ਮੈਂ ਨਾਨਕ ਥੀ ਨਹੀਂ ਪਾਈ ਜਾਂਦੀ, ਕਿਉਂ ਜੋ ਉਹ ਬੇਅੰਤ ਹੈ, ਉਹਦਾ ਅੰਤ ਕੋਈ ਨਹੀਂ, ਬੇਸ਼ੁਮਾਰ ਹੈ, ਉਸ ਦਾ ਸ਼ੁਮਾਰ ਕੋਈ ਨਹੀਂ। ਤਾਂ ਮਲਾਰ ਨੇ ਆਖਿਆ, ਜੀ ਜਿਵੇਂ ਤੁਹਾਡੀ ਰਜਾਏ ਹੈ ਜੀ। ਤਾਂ ਸ੍ਰੀ ਗੁਰੂ ਨਾਨਕ ਜੀ ਵੀਰਾਂ ਮਲਾਰ ਪਾਸੋਂ ਵਿਦਿਆ ਹੋਏ, ਉਹਨਾਂ ਪਰ ਖੁਸ਼ੀ ਕਰਕੇ ਸ੍ਰੀ ਗੁਰੂ ਨਾਨਕ ਜੀ ਅੱਗੇ ਕੋ ਚੱਲਦੇ ਪਏ। ਮਲਾਰ ਕੀ ਕਲਿਆਣ ਕੀਤੀ, ਬੋਲੋ ਭਾਈ ਜੀ ਵਾਹਿਗੁਰੂ। ਇਸ ਉੱਪਰ ਦਿੱਤੀ ਸਾਖੀ ਵਿੱਚ ਤੁਸਾਂ ਵੇਖਿਆ ਹੈ ਕਿ ਜਦੋਂ ਗੁਰੂ ਨਾਨਕ ਜੀ ਵੀਰਾਂ ਮਲਾਰ ਨੂੰ ਜਾ ਕੇ ਮਿਲੇ ਤੇ ਆਖਿਓ, ਹੇ ਵੀਰਾਂ, ਅਲੇਖ ਕੋ ਸਲਾਮ ਹੈ। ਫਾਲਤੂ ਬਾਣੀਆਂ ਦੇ ਦੂਜੇ ਸੰਗ੍ਰਹਿ ਦੇ ਦੂਜੇ ਸ਼ਲੋਕ ਦੀ ਪਹਿਲੀ ਤੁਕ ਵੀ ਗੌਰ ਨਾਲ ਪੜੋ। ਵੀਰ ਸਲਾਮਾ ਲੇਖ, ਵੀਰ ਸਲਾਮ ਅਲੇਖ। ਵੇਖਿਆ ਜੇ ਹੂ ਬਹੂ ਉਹੀ ਲਫ਼ਜ਼ ਹਨ ਜੋ ਸਾਖੀ ਵਿੱਚ ਆਏ ਹਨ। ਹੁਣ ਇਸ ਦੂਜੇ ਸੰਗ੍ਰਹਿ ਦਾ ਪਹਿਲਾ ਸ਼ਲੋਕ ਪੜ੍ਹ ਵੇਖੋ। ਬਾਏ ਆਤਸ਼ ਆਬ ਖਾਕ, ਇਨਾ ਜਾਤੀ ਬੁਝ ਸੀ, ਉਮਤ ਪੈਂਤੇ ਪੰਜ ਟੋਲ, ਹਦਰਤ ਪਾਕ ਖੁਦਾਈ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਜਦ ਅਸੀਂ ਮੱਕੇ ਦੀ ਸਾਖੀ ਨੰਬਰ 36 ਪੜ੍ਹਦੇ ਹਾਂ ਤਾਂ ਉਸ ਵਿੱਚ ਇਹ ਲਫ਼ਜ਼ ਬਾਏ ਆਤਸ਼ ਆਬ ਖਾਕ ਮੁੜ ਮੁੜ ਪਏ ਮਿਲਦੇ ਹਨ, ਜਿਵੇਂ ਸੁਣੋ ਮਾਰਫਤ ਪੀਰ ਜੀ, ਮਿਲਤ ਮਹਜ਼ ਪਛਾੜ, ਸੋਧੋ ਜੁਸਾ ਆਪਣਾ, ਕਿਆ ਰੱਬ ਬਣਾਏ ਸਾਜ। ਕਾਇਮ ਚਾਰੋਂ ਰੂਹ ਹੈ, ਚਾਰੇ ਜੁਸੇ ਸਾਥ, ਪੰਜਵੀਂ ਕੁਦਰਤ ਰੱਬ ਦੀ, ਮਿਲ ਹੋਏ ਪੰਜ ਤਨ ਪਾਕ। ਅਵਲ ਬਾਦੀ ਰੂਹ ਹੈ, ਨਾਮ ਫਰਿਸ਼ਤਾ ਜਾਨ, ਦੂਜੀ ਆਤਸ਼ ਰੂਹ ਹੈ, ਜਿਨ ਕਹਾਏ ਨਾ। ਆਬੀ ਤੀਜਾ ਰੂਹ ਹੈ, ਮਾਨੋ ਸੂਰਤ ਦਿਓ, ਖਾਕੀ ਚੌਥਾ ਰੂਹ ਹੈ, ਭਏ ਖਵੀਸ ਅਪਿਓ। ਪੰਜਵਾਂ ਰੂਹ ਖੁਦਾਏ, ਮਿਲ ਚੌਹੋਂ ਰੰਗੇ ਹੋਏ, ਕੁਲ ਬਰਕਤੀ ਰੱਬ ਦੀ, ਚਾਰੋਂ ਕਾਇਮ ਹੋਏ। ਆਖੇ ਨਾਨਕ ਸ਼ਾਹ ਸੱਚ, ਸੁਣੋ ਬਹਾਵਦ ਪੀਰ, ਅਵਲ ਖੁਦ ਖੁਦਾਏ ਦੀ, ਫਿਰ ਦੂਜੀ ਕਰ ਤਦਬੀਰ। ਕਰ ਤਦਬੀਰਾਂ ਮੰਨੇ ਵਿੱਚ ਚਾਰ ਮਲਾਏ ਕੀਨ, ਬਾਦੀ ਆਬੀ ਆਤਸ਼ੀ, ਚੌਥੀ ਮਿਲੀ ਜ਼ਮੀਨ। ਚਾਰ ਖਸੀਅਤ, ਚਾਰ ਵੇਦ, ਚਾਰੋਂ ਨਾਲ ਇਮਾਮ, ਪੰਜਮ ਭਇਆ ਪੈਗੰਬਰੋਂ, ਆਦਮ ਹਜ਼ਰਤ ਜਾਨ। ਬਾਦ ਮਲਾਇਕ ਖਾਕ ਬੁੱਤ, ਆਖੀ ਜਿੰਦਾ ਪੀਰ, ਆਤਸ਼ ਨੂਰ ਖੁਦਾਏ ਤੇ, ਜਾਣੋ ਕਰ ਤਦਬੀਰ। ਪੰਜਨ ਆਪ ਖੁਦਾਏ ਹੈ, ਅੰਦਰ ਬਾਹਰ ਸੋਏ, ਇਹ ਹਕੀਕਤ ਪੀਰ ਜੀ ਵਿਰਲਾ ਜਾਣੇ ਕੋਏ। ਆਪੀ ਖਾਕੀ ਬਾਦ ਨਾਰ, ਚਾਰੋਂ ਰੁਕਨ ਪਛਾਣ, ਚਾਰ ਇਮਾਮ, ਚਾਰ ਮਜ਼ਹਬਾਂ, ਚਾਰ ਕਤੇਬਾਂ ਜਾਣ। ਜਿਨ੍ਹਾਂ ਪਾਠਕਾਂ ਨੇ ਇਸ ਸਾਰੇ ਲੇਖ ਨੂੰ ਗਹੁ ਨਾਲ ਪੜ੍ਹਿਆ ਹੈ, ਉਹਨਾਂ ਦੇ ਅੰਦਰ ਰਤਾ ਭਰ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ। ਸਾਫ਼ ਪਿਆ ਦਿਸਦਾ ਹੈ ਕਿ ਪ੍ਰਾਚੀਨ ਬੀੜਾਂ ਦੇ ਅਖੀਰ ਵਿੱਚ ਵਧਾਈਆਂ ਫਾਲਤੂ ਬਾਣੀਆਂ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਹੈ, ਜਿਨ੍ਹਾਂ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਸੰਮਤ 1750 ਤੋਂ ਪਿੱਛੋਂ ਲਿਖ ਕੇ ਇਸ ਨੂੰ ਸੰਮਤ 1596 ਵਿੱਚ ਲਿਖੀ ਮਸ਼ਹੂਰ ਕਰਨ ਦੇ ਯਤਨ ਕੀਤੇ ਤੇ ਇਸ ਕਿਤਾਬ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬੇਹੱਦ ਤੌਹੀਨ ਕਰਕੇ ਬਾਬਾ ਹੰਦਾਲ ਨੂੰ ਉਹਨਾਂ ਤੋਂ ਉੱਚਾ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਸੱਜਣਾਂ ਨੇ ਕਿਸੇ ਹੋਰ ਪੁਰਾਣੀ ਲਿਖਤੀ ਪੁਸਤਕ ਵਿੱਚ ਵੀ ਵਾਧਾ ਘਾਟਾ ਕੀਤੇ ਹਨ। ਇਹ ਵਿਚਾਰਨ ਲਈ ਸਾਨੂੰ ਗੁਰੂ ਨਾਨਕ ਜੀ ਦੀ ਪੁਰਾਤਨ ਜਨਮ ਸਾਖੀ ਦੀ ਡੂੰਘੀ ਪੜਤਾਲ ਕਰਨੀ ਪਵੇਗੀ। ਹਾਲਾਂ ਮੀਰਾਬਾਈ ਦਾ ਤੇ ਭਗਤ ਸੂਰਦਾਸ ਜੀ ਦਾ ਸ਼ਬਦ ਵਿਚਾਰ ਲਈਏ। ਕਿਤਾਬ ਆਦਿ ਬੀੜ ਬਾਰੇ ਲੇਖਕ ਪ੍ਰੋਫੈਸਰ ਸਾਹਿਬ ਸਿੰਘ ਜੀ, ਭਾਗ 7ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।